ਨੰਬਰ ਪਾ ਕੇ ਪੰਜਾਬ ਦੇ ਲੋਕਾਂ ਨੂੰ ਉਲਝਾਓ ਨਾ। ਜੇ ਇਹਨਾਂ ਨੂੰ ਧੀਆਂ ਮਿਲੀਆਂ ਨੇ ਜਵਾਬ ਦੇਣ ਵਾਲੀਆਂ, ਇਮਾਨਦਾਰ ਮਿਹਨਤ ਕਰਨ ਵਾਲੀਆਂ ਕਾਰੋਬਾਰੀ ਧੀਆਂ ਉਹਨਾਂ ਨੂੰ ਮਿਲੀਆਂ ਨੇ ਜਿਨ੍ਹਾਂ ਨੇ ਪੜ੍ਹ ਲਿਖ ਕੇ ਕੁਝ ਕੀਤਾ ਹੈ, ਤੇ ਤੁਸੀਂ ਆਪਣੀਆਂ ਐਪਸ ਦੇ ਨਾਲ ਉਹਨਾਂ ਨੂੰ ਉਲਝਾਓ ਨਾ। ਮੈਂ ਖੁਦ ਮੰਨਦੀ ਕਿ ਸਾਰੀਆਂ ਗੱਡੀਆਂ ਮੇਰੀਆਂ ਨੇ ਜਿਹੜੀਆਂ ਤੁਸੀਂ ਪਾਈਆਂ ਨੇ। ਇਨੋਵਾ ਐਂਡ ਸਵਿਫਟ ਡਿਜ਼ਾਇਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਮੇਰੀ ਜਨਤਕ ਕਰੋਗੇ। ਜੇ ਤੁਸੀਂ ਇਹ ਜਨਤਕ ਕਰ ਦੋ ਕਿ ਅੱਜ ਤੱਕ ਦੀ ਡੇਟ ਤੱਕ, ਅੱਗੋਂ ਮੈਨੂੰ ਪਤਾ ਨਹੀਂ ਰਾਈਟ। ਇਨੋਵਾ ਤੇ ਸਵਿਫਟ ਡਿਜ਼ਾਇਰ ਗੱਡੀ ਮੇਰੇ ਕੋਲ ਹੈਗੀ ਆ ਜਾਂ ਮੇਰੇ ਕਿਸੇ ਵੀ ਫੈਮਿਲੀ ਮੈਂਬਰ ਕੋਲ ਹੈਗੀ ਆ, ਤੇ ਗੱਡੀ ਤੁਹਾਡੀ ਔਰਤ ਦੀ ਇਮਾਨਦਾਰੀ ਦਾ ਹੈ, ਵੂਮਨ ਦੀ ਇਮਾਨਦਾਰੀ ਦਾ ਹੈ। ਜਿਹੜੀਆਂ ਕੁੜੀਆਂ ਸਾਰੀ ਦੁਨੀਆ ਛੱਡ ਕੇ ਆਪਣੇ ਪਿੰਡਾਂ ਦੇ ਵਿੱਚ ਕਾਰੋਬਾਰ ਕਰ ਰਹੀਆਂ ਨੇ, ਆਪਣੇ ਪਾਪਾ ਦੀ ਕਿਰਤ ਕਮਾਈ ਨਾਲ ਬਣੀਆਂ ਨੇ, ਖੂਨ ਪਸੀਨੇ ਦੀ ਕਮਾਈ ਨਾਲ ਸਿੰਜ ਕੇ ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਹੈ, ਇਹ ਉਸ ਬੱਚੇ ਦੀ ਕਹਾਣੀ ਹੈ। ਬਿਜ਼ਨਸ ਸਮਝਣ ਵਾਸਤੇ ਕਿ ਮੇਰਾ ਆਈਟੀ ਬਿਜ਼ਨਸ ਆ, ਜਿਹੜੇ ਮੈਨੂੰ ਸੁਣ ਰਹੇ ਨੇ, ਜਿਹੜੇ ਮੇਰੇ ਬਾਰੇ ਗੱਲਾਂ ਕਰਦੇ ਨੇ, ਉਹ ਇੱਕ ਪੜ੍ਹਿਆ ਲਿਖਿਆ ਬੰਦਾ ਲਾ ਕੇ ਬਿਠਾ ਲੈਣ ਪਹਿਲਾਂ। ਤੋ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਸਵਾਲ ਖੜੇ ਕੀਤੇ ਗਏ ਨੇ ਤੇ ਬਹੁਤ ਵਾਰ ਇਦਾਂ ਹੁੰਦਾ ਹੈ। ਸੋ ਮੈਂ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਤੁਹਾਡੇ ਸਾਹਮਣੇ ਮੌਜੂਦ ਹਾਂ। ਬਹੁਤ ਸਾਰੇ ਸਵਾਲ ਜਿਹੜੇ ਖੜੇ ਹੋ ਰਹੇ ਨੇ ਉਹਨਾਂ ਦੇ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੀ, ਤੇ ਮੇਰੀ ਪੂਰੀ ਕੋਸ਼ਿਸ਼ ਨਹੀਂ ਹੈ, ਮੈਂ ਮੇਰੇ ਇੱਕ ਇੱਕ ਲਫ਼ਜ਼ ਜਿਹੜਾ ਹੈ ਉਹਦੇ ਪਿੱਛੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਾਕੂਮੈਂਟੇਸ਼ਨ, ਕਿਸੇ ਵੀ ਤਰ੍ਹਾਂ ਦੀ ਸਫਾਈ, ਕੁਝ ਵੀ ਚਾਹੀਦਾ, ਯੂ ਕੈਨ ਡਾਇਰੈਕਟਲੀ ਕਮ ਟੂ ਮਾਈ ਆਫਿਸ, ਕੋਈ ਦਿੱਕਤ ਨਹੀਂ ਹੈ। ਸੋ ਜਿਵੇਂ ਅੱਜ ਜਿਹੜੇ ਸੋਸ਼ਲ ਮੀਡੀਆ ਤੇ ਮੇਰੇ ਲਈ ਸਵਾਲ ਉੱਠ ਰਹੇ ਨੇ ਉਹਨਾਂ ਦੀ ਮੈਂ ਗੱਲ ਕਰਾਂਗੀ। ਸਭ ਤੋਂ ਪਹਿਲਾਂ ਮੈਂ ਆਪਣੀ ਪੜ੍ਹਾਈ ਤੋਂ ਸ਼ੁਰੂ ਕਰਨਾ ਚਾਹਨੀ ਕਿ ਮੈਂ MBA ਗ੍ਰੈਜੂਏਟ ਹਾਂ ਐਂਡ ਮੈਂ ਯੂਨੀਵਰਸਿਟੀ ਟੌਪਰ ਹਾਂ। ਤੇ ਮੇਰੇ ਘਰਦਿਆਂ ਨੇ ਜਦੋਂ ਮੈਨੂੰ ਪੜ੍ਹਾਇਆ, ਉਹਨਾਂ ਨੇ NGO ਦੇ ਪੈਸਿਆਂ ਤੋਂ ਨਹੀਂ ਮੈਨੂੰ ਪੜ੍ਹਾਇਆ, ਉਹਨਾਂ ਨੇ ਖੁਦ ਦੀ ਕਿਰਤ ਕਮਾਈ ਤੋਂ ਮੈਨੂੰ ਪੜ੍ਹਾਇਆ। ਔਰ ਕਰੰਟਲੀ ਜਿਸ ਯੂਨੀਵਰਸਿਟੀ ਤੋਂ ਮੈਂ ਪਾਸ ਆਊਟ ਹਾਂ, LPU ਤੋਂ, 35,000 ਬੱਚਿਆਂ ਦੀ ਉਹ ਯੂਨੀਵਰਸਿਟੀ ਆ, ਜਿਸ ਦੀ ਮੈਂ ਸਟੂਡੈਂਟ ਐਂਬੈਸਡਰ ਹਾਂ ਈਅਰ 2020 ਦੀ। ਕਿ ਯੂਨੀਵਰਸਿਟੀ ਦੱਸ ਰਹੀ ਕਿ ਸਾਡਾ ਬੱਚਾ ਇਸ ਤਰੀਕੇ ਦਾ ਹੁੰਦਾ ਹੈ, ਇੰਨਾ ਮਿਹਨਤੀ। ਤੇ ਸਿਰਫ ਸ਼ੂਜ਼ ਦੇ ਕੇ ਨਹੀਂ ਮੈਂ ਇਹ ਵਾਲਾ ਮੁਕਾਮ ਹਾਸਿਲ ਕੀਤਾ, ਮੇਰੀ ਪੜ੍ਹਾਈ ਕੰਸੀਡਰ ਕੀਤੀ ਗਈ, ਮੇਰਾ ਬਿਜ਼ਨਸ ਕੰਸੀਡਰ ਕੀਤਾ ਗਿਆ, ਮੇਰੀ ਲਿਆਕਤ, IITs, IIMs, TEDx ਵਰਗੇ ਪਲੇਟਫਾਰਮ ਕਿ ਜਦੋਂ ਉਹਨਾਂ ਦਾ ਨਾਮ ਲਿਆ ਜਾਂਦਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਸਮਝ ਵੀ ਨਹੀਂ ਆਉਂਦੀ, ਜਿਹੜੇ ਕਮੈਂਟਸ ਕਰਦੇ ਨੇ, ਜਿਹੜੇ ਲਿਖਦੇ ਨੇ। ਸੋ ਇਹੋ ਜਿਹੇ ਪਲੇਟਫਾਰਮਸ ਤੱਕ ਪਹੁੰਚ ਕੇ ਹੀ ਸਟੂਡੈਂਟ ਐਂਬੈਸਡਰ ਜਿਹੜੀ ਆ ਉਹ ਮੈਂ ਯੂਨੀਵਰਸਿਟੀ ਦੀ ਬਣੀ। ਇਹ ਮੈਂ ਕਰੰਟ ਈਅਰ ਦੀ ਗੱਲ ਕਰ ਰਹੀ। ਆਪਣੀ ਜੌਬ ਦੀ ਗੱਲ ਕਰਾਂ, ਮੈਂ ਹਾਈਪਰ ਸਿਟੀ ਤੋਂ ਆਪਣੀ ਜਿਹੜੀ ਆ ਉਹ ਮੈਂ ਆਪਣੀ ਸਫ਼ਰ ਸ਼ੁਰੂ ਕੀਤਾ ਆਪਣੀ ਜੌਬ ਦਾ ਅਰਾਊਂਡ 2011 ਦੇ ਵਿੱਚ। ਮੈਂ ਇੰਟਰਨਸ਼ਿਪ 2010 ਦੇ ਵਿੱਚ ਇੰਟਰਨਸ਼ਿਪ ਕਰਨ ਆਈ ਉੱਥੇ। ਤੇ ਜਿਹੜੇ ਲੋਕ ਕਹਿੰਦੇ ਨੇ ਕਿ ਮੇਰੀ 10,000 ਸੈਲਰੀ ਸੀ, ਮੈਂ ਉਹਨਾਂ ਨੂੰ ਦੱਸਣਾ ਚਾਹਨੀ ਕਿ ਮੈਂ ਯੂਨੀਵਰਸਿਟੀ ਟੌਪਰ ਰਹੀ ਹਾਂ ਤੇ ਮੈਨੂੰ ਕਿਸੇ ਪਲੇਸਮੈਂਟ 'ਚ ਬੈਠਣ ਦੀ ਜ਼ਰੂਰਤ ਨਹੀਂ ਪਈ। ਤੁਸੀਂ ਯੂਨੀਵਰਸਿਟੀ ਦੇ ਓਨਰਸ ਨੂੰ, VC ਨੂੰ, ਟੀਚਰਸ ਨੂੰ, ਜਿਹਨੂੰ ਮਰਜ਼ੀ ਜਾ ਕੇ ਪੁੱਛੋ ਕਿ ਕਿਸ ਤਰ੍ਹਾਂ ਦਾ ਮੈਂ ਸਟੂਡੈਂਟ ਸੀ, ਰਾਈਟ। ਸੋ ਆਈ ਵਾਜ਼ ਨੈਵਰ ਐਟ 10,000 ਸੈਲਰੀ, I was always at a good salary। and ਮੇਰੀ ਜਿਹੜੀ ਸੈਕਿੰਡ ਬ੍ਰਾਂਡ ਸੀ ਪ੍ਰਾਈਮਾ ਗੋਲਡ, ਇਟਸ ਅ ਬੈਂਕਾਕ ਬੇਸਡ ਬ੍ਰਾਂਡ। ਜਿਹੜੇ ਪੜ੍ਹੇ ਲਿਖੇ ਲੋਕ ਹੋਣਗੇ ਨਾ ਉਹ ਸਰਚ ਕਰਕੇ ਪੜ੍ਹ ਲੈਣਗੇ। ਐਂਡ ਜਦੋਂ ਮੈਂ ਆਪਣੀ ਜੌਬ ਛੱਡੀ ਪ੍ਰਾਈਮਾ ਗੋਲਡ ਤੋਂ, I was territory manager for ਪੰਜਾਬ, ਹਰਿਆਣਾ, ਹਿਮਾਚਲ ਐਂਡ ਚੰਡੀਗੜ੍ਹ, and I was earning around 50,000 and my salary was much more than my husband। ਮੇਰੇ ਆਪਣੇ ਹਸਬੈਂਡ ਤੋਂ ਵੀ ਮੇਰੀ ਸੈਲਰੀ ਜ਼ਿਆਦਾ ਸੀ ਉਦੋਂ। So he was also doing the job। So ਇਹ ਅਸੀਂ ਗੱਲ ਕਰ ਰਹੇ 2011 ਦੀ 12 ਦੀ। ਸੋ ਅਗਲਾ ਸਵਾਲ ਉੱਠਦਾ ਹੈ ਕਿ ਕਾਰਾਂ ਦੀ ਗੱਲ ਕੀਤੀ ਜਾ ਰਹੀ ਕਿ ਮਨਦੀਪ ਕੋਲ ਕਾਰਾਂ ਨੇ, ਤੁਸੀਂ ਸਕਰੀਨਸ਼ਾਟ ਪਾਏ ਨੇ ਬੜੇ ਲੈ ਕੇ। ਗੱਡੀਆਂ ਦੇ ਨੰਬਰ ਪਾ ਕੇ ਪੰਜਾਬ ਦੇ ਲੋਕਾਂ ਨੂੰ ਉਲਝਾਓ ਨਾ। ਜੇ ਇਹਨਾਂ ਨੂੰ ਧੀਆਂ ਮਿਲੀਆਂ ਨੇ ਜਵਾਬ ਦੇਣ ਵਾਲੀਆਂ, ਇਮਾਨਦਾਰ ਮਿਹਨਤ ਕਰਨ ਵਾਲੀਆਂ ਕਾਰੋਬਾਰੀ ਧੀਆਂ ਉਹਨਾਂ ਨੂੰ ਮਿਲੀਆਂ ਨੇ ਜਿਨ੍ਹਾਂ ਨੇ ਪੜ੍ਹ ਲਿਖ ਕੇ ਕੁਝ ਕੀਤਾ ਹੈ, ਤੇ ਤੁਸੀਂ ਆਪਣੀਆਂ ਐਪਸ ਦੇ ਨਾਲ ਉਹਨਾਂ ਨੂੰ ਉਲਝਾਓ ਨਾ। ਮੈਂ ਖੁਦ ਮੰਨਦੀ ਕਿ ਸਾਰੀਆਂ ਗੱਡੀਆਂ ਮੇਰੀਆਂ ਨੇ ਜਿਹੜੀਆਂ ਤੁਸੀਂ ਪਾਈਆਂ ਨੇ। ਐਂਡ ਤੁਸੀਂ ਉਹਨਾਂ ਕਾਰਾਂ ਦੀ ਕੀ ਗੱਲ ਕਰਦੇ ਹੋ? ਮੇਰੇ ਕੋਲ 50 EMPLOYEES ਔਨ ਰਿਕਾਰਡ ਮੇਰੀ ਕੰਪਨੀ 'ਚ ਕੰਮ ਕਰਦੇ ਨੇ, ਮੇਰੀ IT ਕੰਪਨੀ ਦੇ ਵਿੱਚ। ਐਂਡ ਮੇਰੇ ਨਾਲੋਂ ਮਹਿੰਗੀਆਂ ਗੱਡੀਆਂ ਤੇ ਉਹ ਮੇਰੇ ਕੋਲ ਆਉਂਦੇ ਨੇ ਜੌਬ ਕਰਨ।
मैं अपनी मेरे ऑफिस ਦੇ ਵਿੱਚ गर्ल स्टाफ ਆ वुमेन स्टाफ ਆ then I have a ट्रैवलर ਆਲਸੋ ਮੇਰੇ ਕੋਲ ट्रैवलर ਗੱਡੀ ਆ ਜਿਹਦੇ ਵਿੱਚ 12 ਤੋਂ 13 ਜਣੇ ਇੱਕ ਵਾਰ ਚ ਬੈਠ ਜਾਂਦੇ ਨੇ ਰੋਜ਼ ਉਹ ਅੰਮ੍ਰਿਤਸਰ ਤੋਂ ਅਪ ਡਾਊਨ ਕਰਦੀ ਆ then Eon Polo yes they are my cars 50 EMPLOYEES ਨੇ ਮੇਰੇ EMPLOYEES दिन रात शिफ्टां ਵਿੱਚ ਵੀ ਕੰਮ ਕਰਦੇ ਨੇ बिकॉज ਅਸੀਂ US ਕੈਨੇਡਾ ਆਸਟ੍ਰੇਲੀਆ ਇਟਲੀ ਹਰ ਜਗ੍ਹਾ ਅਸੀਂ ਸਰਵ ਕਰਦੇ ਆ ਕਰੰਟਲੀ ਆਪਣੇ IT ਪ੍ਰੋਡਕਟਸ ਆਪਣੇ ਸੌਫਟਵੇਅਰ ਕੰਪਨੀ ਦੀਆਂ ਸਰਵਿਸਿਜ਼ ਨੈਕਸਟ ਇਸ ਜ਼ੂ ਦੀ ਤੁਸੀਂ ਗੱਲ ਕੀਤੀ ਮੇਰੇ ਕੋਲ V Cross ਗੱਡੀ ਹੈ ਐਂਡ V Cross ਗੱਡੀ ਮੈਂ ਆਪਣੇ ਨਾਮ ਤੇ ਲੈ ਸਕਦੀ ਸੀ ਖੁਦ ਦੇ ਨਾਮ ਤੇ ਪਰ ਮੈਂ ਆਪਣੇ ਕੰਟਰੀਬਿਊਸ਼ਨ ਵਜੋਂ ਮੈਨੂੰ ਮੇਰੇ ਅਕਾਊਂਟ ਸੈਕਸ਼ਨ ਨੇ ਵੀ ਹਰ ਕਿਸੇ ਨੇ ਮੈਨੂੰ ਸਲਾਹ ਦਿੱਤੀ ਕਿ ਪੈਸੇ ਤੁਸੀਂ ਦੇਣੇ ਆ ਤੇ ਤੁਸੀਂ ਖੁਦ ਦੇ ਨਾਮ ਤੇ ਹੀ ਲੈ ਲਓ ਫਿਰ ਵੀ ਮੈਂ ਐਜ਼ ਅ ਕੰਟਰੀਬਿਊਸ਼ਨ ਕਿ ਮੈਂ ਐਨਜੀਓ ਚ ਕੀ ਕੰਟਰੀਬਿਊਟ ਕਰ ਰਹੀ ਮੈਂ ਖੁਦ ਮੈਂ ਐਨਜੀਓ ਦੇ ਨਾਮ ਤੇ ਇਸ ਗੱਡੀ ਨੂੰ ਖਰੀਦਿਆ ਜਿਹੜੀ ਗੱਡੀ ਦੇ ਵਿੱਚ ਪਿੱਛੇ ਤੁਸੀਂ ਸਟਾਕ ਵੀ ਰੱਖ ਸਕਦੇ ਹੋ ਤੇ ਅੱਗੇ 5 ਜਣੇ ਬੈਠ ਵੀ ਸਕਦੇ ਨੇ ਡਾਊਨ ਪੇਮੈਂਟ ਮੈਂ ਖੁਦ ਕੀਤੀ ਉਸ ਗੱਡੀ ਦੀ ਐਂਡ ਅੱਜ ਤੱਕ ਉਹਦੀਆਂ ਕਿਸ਼ਤਾਂ ਵੀ ਪੂਰੀਆਂ ਮੈਂ ਖੁਦ ਉਤਾਰ ਰਹੀ ਹਾਂ ਰਾਈਟ ਸੋ ਮੈਂ ਪੂਰਾ ਆਪਣਾ ਪੂਰਾ ਕਲੀਅਰਲੀ ਦੱਸ ਰਹੀ ਹਾਂ ਕਿ ਆਲ ਕਾਰਸ ਆਰ ਮਾਈਨ ਇਸੂ ਗੱਡੀ ਵੀ ਮੇਰੀ ਆ ਰਾਈਟ ਇਸੂ ਗੱਡੀ ਸਮਾਈਲ ਕੇਅਰ ਦੀ ਆ ਬਟ ਆਲ ਉਹਦੀ ਡਾਊਨ ਪੇਮੈਂਟ ਉਹਦੀਆਂ ਕਿਸ਼ਤਾਂ ਮੈਂ ਖੁਦ ਆਪਣੇ ਕੋਲੋਂ ਪੇ ਕਰ ਰਹੀ ਇਨੋਵਾ ਐਂਡ ਸਵਿਫਟ ਡਿਜ਼ਾਇਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਮੇਰੀ ਜਨਤਕ ਕਰੋਗੇ ਜੇ ਤੁਸੀਂ ਇਹ ਜਨਤਕ ਕਰ ਦੋ ਕਿ ਅੱਜ ਤੱਕ ਦੀ ਡੇਟ ਤੱਕ ਅੱਗੋਂ ਮੈਨੂੰ ਪਤਾ ਨਹੀਂ ਰਾਈਟ ਇਨੋਵਾ ਤੇ ਸਵਿਫਟ ਡਿਜ਼ਾਇਰ ਗੱਡੀ ਮੇਰੇ ਕੋਲ ਹੈਗੀ ਆ ਜਾਂ ਮੇਰੇ ਕਿਸੇ ਵੀ ਫੈਮਿਲੀ ਮੈਂਬਰ ਕੋ ਹੈਗੀ ਆ ਤੇ ਗੱਡੀ ਤੁਹਾਡੀ ਰਾਈਟ ਤੁਹਾਨੂੰ ਮਿਲ ਜੇਗੀ ਉਹ ਗੱਡੀ ਫਿਰ ਮੇਰੇ ਕੋਲ ਇੱਕ ਓਮਨੀ ਗੱਡੀ ਆ ਮੇਰੇ ਫਾਦਰ ਦੇ ਨਾਮ ਤੇ ਜਿਹੜੀ ਕਿ ਮੈਂ ਪਹਿਲਾਂ ਵੀ ਆਪਣੇ ਸਟਾਫ ਲਈ ਖਰੀਦੀ ਸੀ ਉਹ ਵੀ ਨੋਟ ਕਰ ਲਓ ਉਹ ਤੁਹਾਡੇ ਸਕਰੀਨਸ਼ਾਟਸ 'ਚ ਹੈਗੀ ਨਹੀਂ ਆ ਗੱਡੀ ਉਹਨੂੰ ਵੀ ਤੁਸੀਂ ਨੋਟ ਕਰ ਲਓ ਕਿ ਉਹ ਵੀ ਮੇਰੀ ਆ US ਦੇ ਵਿੱਚ ਮੇਰੇ ਕੋਲ Honda Accord ਆ ਮੇਰੇ ਹਸਬੰਡ ਦੇ ਨਾਲ ਉਹ ਵੀ ਨੋਟ ਕਰ ਲਓ ਕਿ ਉਹ ਵੀ ਗੱਡੀ ਮੇਰੀ ਆ ਰਾਈਟ ਸੋ ਮੈਂ ਜਿੱਦਾਂ ਦੱਸ ਰਹੀ ਕਿ ਮੇਰਾ ਸਟਾਫ ਮੇਰੇ ਤੋਂ ਵੀ ਵਧੀਆ ਗੱਡੀ ਫਿਰ ਗੱਡੀ ਦੀਆਂ ਕਿਸ਼ਤਾਂ ਕਿੱਥੋਂ ਆਉਂਦੀਆਂ ਨੇ ਮਨਦੀਪ ਕੋਲ ਗੱਡੀ ਦੀਆਂ ਕਿਸ਼ਤਾਂ ਕਿੱਥੋਂ ਆਉਂਦੀਆਂ ਨੇ ਇੰਨਾ ਪੈਸਾ ਕਿੱਥੋਂ ਆਉਂਦਾ ਨੇ ਮਨਦੀਪ ਕੋਲ 2011 ਦੇ ਵਿੱਚ ਤੁਸੀਂ ਜਿਹੜੇ ਪੜ੍ਹੇ ਲਿਖੇ ਲੋਕ ਨੇ ਇੰਜੀਨੀਅਰਸ ਨੇ ਜਾਂ ਕੋਈ ਵੀ ਅੱਜ ਤੱਕ ਤੇ 5th ਕਲਾਸ ਦਾ ਬੱਚਾ ਵੀ ਦੇਖ ਲੈਂਦਾ ਹੈ ਤੁਸੀਂ ਦੇਖੋ ਕਿ ਸਿੰਬਾ ਕਾਰਟ ਜਿਹੜੀ ਮੇਰੀ ਪਹਿਲੀ ਕੰਪਨੀ ਸੀ SIMBACART ਤੁਸੀਂ ਦੇਖੋ ਕਿ ਇਹਦਾ ਡੋਮੇਨ ਕਦੋਂ ਖਰੀਦਿਆ ਗਿਆ ਸੀ 2011 ਦੇ ਵਿੱਚ ਮੈਂ ਇਸ ਕੰਪਨੀ ਦਾ ਡੋਮੇਨ ਅਸੀਂ ਖਰੀਦਿਆ ਸੀ ਐਂਡ ਦੈਨ ਅਲੋਂਗ ਵਿਦ ਮਾਈ ਹਸਬੈਂਡ ਆਈ ਸਟਾਰਟਡ ਵਿਦ ਅ ਈ-ਕਾਮਰਸ ਵੈਂਚਰ ਜਿਹਦਾ ਕਿ Amazon Flipkart ਹੁੰਦਾ ਹੈ ਤੇ ਉਹਦੇ ਨਾਲ ਹੀ ਮੈਂ ਆਪਣੀ ਇੱਕ IT ਕੰਪਨੀ ਸ਼ੁਰੂ ਕੀਤੀ ਸਿੰਬਾ ਕੁਆਰਟਸ ਜਿਹੜਾ ਅੱਜ ਦੇ ਦਿਨ ਦੇ ਵਿੱਚ ਮੇਰਾ ਮੇਜਰ ਵੈਂਚਰ ਆ ਮੇਰਾ ਮੇਜਰ ਉਹ ਬਿਜ਼ਨਸ ਆ ਹੁਣ ਜਿਹੜੇ ਮੈਨੂੰ ਕਹਿੰਦੇ ਨਾ ਕਿ ਸਾਡੀਆਂ ਗੱਲਾਂ ਸੁਣੋ ਉਹ ਪਲੀਜ਼ ਮੇਰੀ ਪੂਰੀ ਵੀਡੀਓ ਸੁਣਨ ਅੱਜ ਕਿਉਂਕਿ ਇਹ ਸਵਾਲ ਇੱਕ ਔਰਤ ਦਾ ਹੈ ਔਰਤ ਦੀ ਇਮਾਨਦਾਰੀ ਦਾ ਹੈ ਵੂਮਨ ਦੀ ਇਮਾਨਦਾਰੀ ਦਾ ਹੈ ਜਿਹੜੀਆਂ ਕੁੜੀਆਂ ਸਾਰੀ ਦੁਨੀਆ ਛੱਡ ਕੇ ਆਪਣੇ ਪਿੰਡਾਂ ਦੇ ਵਿੱਚ ਕਾਰੋਬਾਰ ਕਰ ਰਹੀਆਂ ਨੇ ਆਪਣੇ ਪਾਪਾ ਦੀ ਕਿਰਤ ਕਮਾਈ ਨਾਲ ਬਣੀਆਂ ਨੇ ਖੂਨ ਪਸੀਨੇ ਦੀ ਕਮਾਈ ਨਾਲ ਸਿੰਜ ਕੇ ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪੜਾਇਆ ਹੈ ਇਹ ਉਸ ਬੱਚੇ ਦੀ ਕਹਾਣੀ ਹੈ ਸੋ ਬਿਜ਼ਨਸ ਸਮਝਣ ਵਾਸਤੇ ਕਿ ਮੇਰਾ IT ਬਿਜ਼ਨਸ ਆ ਜਿਹੜੇ ਮੈਨੂੰ ਸੁਣ ਰਹੇ ਨੇ ਜਿਹੜੇ ਮੇਰੇ ਬਾਰੇ ਗੱਲਾਂ ਕਰਦੇ ਨੇ ਉਹ ਇੱਕ ਪੜਿਆ ਲਿਖਿਆ ਬੰਦਾ ਲਾਗੇ ਬਿਠਾ ਲੈਣ ਪਹਿਲਾਂ ਰਾਈਟ ਮੇਰੀ ਕੋਰ ਸੌਫਟਵੇਅਰ ਡਿਵੈਲਪਮੈਂਟ ਅਸੀਂ ਕਰਦੇ ਹਾਂ ਵੀ ਡੂ ਸੌਫਟਵੇਅਰ ਡਿਵੈਲਪਮੈਂਟ ਇਨ ਆਰ ਕੰਪਨੀ ਵੀ ਡੂ ਗ੍ਰਾਫਿਕ ਡਿਜ਼ਾਈਨਿੰਗ ਵੀਡੀਓ ਐਡੀਟਿੰਗ ਐਨੀਮੇਸ਼ਨਸ IT ਕੰਸਲਟਿੰਗ US ਕੈਨੇਡਾ ਇਟਲੀ ਆਸਟ੍ਰੇਲੀਆ ਹਰ ਕੰਟਰੀ ਦੇ ਵਿੱਚ ਮੇਰੇ ਕਲਾਇੰਟਸ ਨੇ ਮੇਰੇ ਆਫਿਸ ਆ ਕੇ ਚੈੱਕ ਕਰੋ ਯੂ ਆਰ ਮੋਸਟ ਵੈਲਕਮ ਕਿ ਕਿੰਨੇ ਮਹੀਨਿਆਂ ਤੋਂ ਉਹ ਮੇਰੇ ਕਲਾਇੰਟਸ ਨੇ ਐਂਡ ਕਿੰਨਾ ਅਸੀਂ ਉਹਨਾਂ ਦਾ ਕੰਮ ਕਰ ਰਹੇ ਹਾਂ ਮੇਰੇ ਹਸਬੰਡ ਦੀ ਗੱਲ ਕਰੋ ਆਈ ਡੋਂਟ ਨੋ ਕਿ ਤੁਸੀਂ ਕੀ ਕੰਮ ਕਰਦੇ ਹੋ ਮੈਨੂੰ ਬੋਲਣ ਲੱਗਿਆ ਜਿਹੜੇ ਮੈਨੂੰ ਬੋਲ ਰਹੇ ਨੇ ਉਹ ਕੀ ਕੰਮ ਕਰਦੇ ਉਹਨਾਂ ਬਾਰੇ ਨਹੀਂ ਮੈਨੂੰ ਪਤਾ ਪਰ ਮੈਂ ਆਪਣੇ ਹਸਬੰਡ ਦੀ ਗੱਲ ਕਰਾਂ he is having 14 years of experience in IT American Express ਵਰਗੀਆਂ ਕੰਪਨੀਆਂ Infosys ਵਰਗੀਆਂ ਕੰਪਨੀਆਂ ਉਹਨਾਂ ਨੇ ਕੰਮ ਕੀਤਾ ਹੈ and he is not a just software engineer he is a director of IT of a company right and ਉਹਨਾਂ ਦੀ ਤਨਖਾਹ ਦੱਸ ਕੇ ਮੈਂ ਕਿਸੇ ਨੂੰ ਛੋਟਾ ਨਹੀਂ ਦਿਖਾਣਾ ਚਾਹੁੰਦੀ ਰਾਈਟ ਉਹਨਾਂ ਨੇ ਤੇ ਮੈਨੂੰ ਇੰਨਾ ਸક્ષਮ ਬਣਾਇਆ ਕਿ ਮਨਦੀਪ ਯੂ ਵਰਕ ਹਾਰਡ ਕਿ ਕਦੀ ਤੈਨੂੰ ਮੇਰੇ ਕੋਲੋਂ ਵੀ ਮੰਗਣਾ ਨਾ ਪਵੇ ਇਸ ਤਰ੍ਹਾਂ ਦੀ ਸੋਚ ਰੱਖਦੇ ਨੇ ਐਂਡ ਵੀ ਵਰਕ ਟੂਗੇਦਰ ਅਸੀਂ ਦੋਨੋਂ ਇਕੱਠੇ ਕੰਮ ਕਰਦੇ ਹਾਂ ਆਪਣੇ ਬਿਜ਼ਨਸ ਦੇ ਵਿੱਚ ਹੀ ਹੈਲਪਸ ਮੀ ਅ ਲੋਟ EMPLOYEES ਦੀ ਗੱਲ ਕਰੀਏ EMPLOYEES ਮੇਰੇ IITs ਤੋਂ IIMs ਤੋਂ ਮੇਰੇ ਕੋਲ ਖੁਦ ਦੇ CAs ਨੇ ਐਂਡ ਦੈਨ ਦੇ
ਇਹ ਜਿਹੜੇ ਮੈਂ ਕਾਲਜਿਸ ਦੇ ਨਾਮ ਲੈ ਰਹੀ ਨਾ, ਇਹ ਸਮਝ ਵੀ ਨਹੀਂ ਆਉਂਦੇ ਜਿਹੜੇ ਮੇਰੇ ਬਾਰੇ ਲਿਖਦੇ ਉਹਨਾਂ ਨੂੰ, ਆਈ ਥਿੰਕ ਰਾਈਟ, ਜਿਹਨੂੰ ਪਤਾ ਹੋਵੇ ਕਿ ਮੇਰੀ ਕੰਪਨੀ 'ਚ IIT ਦਾ, IIM ਦਾ, NITs ਦੇ CA ਲੈਵਲ ਦੇ ਬੰਦੇ ਕੰਮ ਕਰਦੇ ਨੇ, ਉਹ ਕਦੀ ਮੈਨੂੰ ਇਦਾਂ ਲਿਖ ਨਹੀਂ ਸਕਦੇ। ਐਂਡ ਇਨ੍ਹਾਂ ਕਾਲਜਿਸ ਦੇ ਵਿੱਚ ਜਿਨ੍ਹਾਂ ਕਾਲਜਿਸ ਦੇ ਬੱਚੇ ਮੇਰੇ ਕੋਲ ਕੰਮ ਕਰਦੇ ਨੇ, ਉਹ ਬੱਚੇ ਜਾਂਦੇ ਨੇ ਜਿਹੜੇ 2-2 3-3 ਸਾਲ ਕੈਟ ਦੀ ਤਿਆਰੀ ਕਰਦੇ ਨੇ, IIT 'ਚ ਜਾਣ ਦੀ ਤਿਆਰੀ ਕਰਦੇ ਨੇ, ਫਿਰ ਉਹਨਾਂ ਨੂੰ ਸੀਟ ਮਿਲਦੀ ਉੱਥੇ ਜਾਣ ਲੱਗਿਆ। ਐਂਡ ਇਸ ਤਰ੍ਹਾਂ ਦੇ EMPLOYEES ਅਸੀਂ ਆਪਣੇ ਰੂਰਲ, ਅਸੀਂ ਟਾਂਗਰਾ ਦੇ ਵਿੱਚ ਜਿਹੜੇ ਆ ਉਹ ਅਸੀਂ ਉਹਨਾਂ ਨੂੰ ਮੈਂ ਹਾਇਰ ਕੀਤਾ ਹੈ ਤੇ ਉਹਨਾਂ ਨੂੰ ਅਸੀਂ ਪੇ ਕਰਦੇ ਆ, ਬੈਸਟ ਆਫ ਦਾ ਸੈਲਰੀਜ਼ ਅਸੀਂ ਪੇ ਕਰਦੇ ਆ। ਜਿਹੜੇ ਲੋਕ ਮੈਨੂੰ ਇਹ ਪੁੱਛਦੇ ਨੇ ਕਿ ਕਿਸ਼ਤਾਂ ਕਿੱਥੋਂ ਦਿੰਦੇ ਜੀ ਘਰ ਦੀਆਂ, ਮੇਰੀ ਕੰਪਨੀ ਦੀ ਟਰਨਓਵਰ 2.5 ਤੋਂ 3 ਕਰੋੜ ਆ ਸਾਲ ਦੀ। ਤੁਸੀਂ ਮੇਰੀ ਸਾਦਗੀ ਨਾਲ, ਮੇਰੇ ਸਿੰਪਲ ਰਹਿਣ ਨਾਲ ਤੁਸੀਂ ਸਾਨੂੰ ਕਮਜ਼ੋਰ ਨਾ ਸਮਝੋ। ਪੰਜਾਬ ਦੀਆਂ ਕੁੜੀਆਂ ਨੂੰ, ਉਹਨਾਂ ਦੇ ਕੈਲੀਬਰ ਨੂੰ, ਉਹਨਾਂ ਦੀ ਪੜ੍ਹਾਈ ਨੂੰ, ਉਹਨਾਂ ਦੇ ਪੇਰੈਂਟਸ ਦੀ ਮਿਹਨਤ ਨੂੰ, ਉਹਨਾਂ ਦੀਆਂ ਮਾਵਾਂ ਦਿਨ ਰਾਤ ਇੱਕ ਕਰਕੇ ਕਿੱਦਾਂ ਆਪਣੇ ਬੱਚਿਆਂ ਨੂੰ ਮੁੰਡਿਆਂ ਵਾਂਗ ਪਾਲਦੇ ਨੇ। ਤੁਹਾਨੂੰ ਪਤਾ ਹੈ ਕਿ ਸਾਡੇ ਪੇਰੈਂਟਸ ਤੇ ਕੀ ਬੀਤਦੀ ਜਦੋਂ ਤੁਸੀਂ ਇੰਨਾ ਗੰਦ ਲਿਖਦੇ ਹੋ, ਇੰਨਾ ਗੰਦਾ ਲਿਖਦੇ ਹੋ, ਇੰਨੇ ਗੰਦੇ ਵਰਡਸ ਯੂਜ਼ ਕਰਦੇ ਹੋ ਸਾਡੇ ਲਈ। ਸਾਡੀਆਂ ਫੋਟੋਆਂ ਤੁਸੀਂ ਲਾ ਲਾ ਕੇ ਕਿਸ ਤਰ੍ਹਾਂ ਤੁਸੀਂ ਸਾਨੂੰ ਕਰਦੇ ਹੋ। ਤੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ, ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਠੀਕ ਕੌਣ ਹੈ ਤੇ ਗਲਤ ਕੌਣ ਹੈ, ਤੁਹਾਨੂੰ ਇਹਦੇ 'ਚ ਫਰਕ ਕਰਨਾ ਆਉਣਾ ਚਾਹੀਦਾ। ਸੋ ਮੈਂ ਦੱਸ ਰਹੀ ਕਿ ਮੇਰੀ ਕੰਪਨੀ ਦੀ 2.5 ਤੋਂ 3 ਕਰੋੜ ਮੇਰੀ ਕੰਪਨੀ ਦੀ ਟਰਨਓਵਰ ਆ। 13 ਲੱਖ ਰੁਪਏ ਸੈਲਰੀਜ਼ ਮੈਂ ਮਹੀਨੇ ਦੀਆਂ ਦਿੰਨੀ ਆ। ਕਿ ਮੈਂ 1 ਲੱਖ ਗੱਡੀਆਂ ਦੀ ਕਿਸ਼ਤ ਨਹੀਂ ਦੇ ਸਕਦੀ? ਸੋ ਇੱਥੋਂ ਆਉਂਦੇ ਮੇਰੇ ਪੈਸੇ, ਇੱਥੋਂ ਆਉਂਦੀਆਂ ਮੇਰੀਆਂ ਕਿਸ਼ਤਾਂ ਕਿ ਜਿਹੜਾ ਬੱਚਾ ਆਪਣੀ ਕੰਪਨੀ ਦੀ ਸਾਲ ਦੀ 2.5-3 ਕਰੋੜ ਦੀ ਟਰਨਓਵਰ ਕਰਦਾ ਹੈ, ਜਿਹਦੀ ਕੰਪਨੀ 'ਚ ਇੰਡੀਆ ਦੇ ਟੌਪ ਬੱਚੇ ਕੰਮ ਕਰਦੇ ਨੇ, ਮੇਰੇ ਲਈ ਜਿਹੜੀ ਕੰਪਨੀ 'ਚ ਮੇਰੇ ਤੋਂ ਵਧੀਆ ਗੱਡੀਆਂ 'ਚ EMPLOYEES ਆਉਂਦੇ ਨੇ, ਉਹਨਾਂ ਨੂੰ 1 ਲੱਖ ਸੈਲਰੀ ਦੇਣੀ ਕੋਈ ਔਖੀ ਗੱਲ ਨਹੀਂ ਆ। ਲੋਕ ਕਹਿੰਦੇ ਨੇ, ਸਵਾਲ ਉੱਠ ਰਹੇ ਨੇ ਇੱਥੇ ਕਿ NGO ਤੋਂ ਕਾਰੋਬਾਰ ਬਣਿਆ। ਮੈਂ ਤੁਹਾਨੂੰ ਦੱਸਦੀ ਕਿ ਮੈਂ ਕਾਰੋਬਾਰ ਤੋਂ NGO ਨੂੰ ਕਿੱਦਾਂ ਬਣਾਇਆ। ਹਰ ਬੰਦਾ ਤੁਸੀਂ ਇੱਕ ਪਾਸੇ ਨਾ ਰੱਖ ਦਿਆ ਕਰੋ ਕਿ ਇੱਕੋ ਜਿੱਕੇ ਹੀ ਆ ਸਾਰੇ। ਸੋ ਮੈਂ ਸ਼ੁਰੂ ਤੋਂ ਹੀ ਅਲੱਗ ਆ। ਮੈਨੂੰ ਕਿਰਤ ਕਰਨ ਬਾਰੇ ਪਤਾ ਹੈ। ਮੈਂ ਆਪਣੇ ਪਾਪਾ ਨੂੰ ਦਿਨ ਰਾਤ ਮਿਹਨਤ ਕਰਦੇ ਵੇਖਿਆ। ਮੈਂ ਆਪਣੇ ਹਸਬੰਡ ਨੂੰ 18-20 ਘੰਟੇ ਕੰਮ ਕਰਦੀ ਦੇਖਦੀ। ਮੈਨੂੰ ਪਤਾ ਹੈ ਕਿਰਤ ਕੀ ਹੁੰਦੀ ਹੈ, ਮੈਨੂੰ ਪਤਾ ਹੈ ਇਮਾਨਦਾਰੀ ਕੀ ਹੁੰਦੀ ਹੈ। ਸੋ ਅਸੀਂ ਆਮ ਘਰਾਂ ਦੇ ਬੱਚੇ, ਸਾਡੇ ਸੰਸਕਾਰ 100 ਆਊਟ ਆਫ 100 ਨੇ। ਠੀਕ ਆ, ਸਾਡੇ ਕੋਲ ਵੀ ਗਲਤੀਆਂ ਹੋ ਜਾਂਦੀਆਂ, ਬਟ ਅਸੀਂ ਬਹੁਤ ਜਲਦੀ ਉਹਨਾਂ ਨੂੰ ਸਹੀ ਕਰ ਲੈਂਦੇ। ਸੋ ਅਸੀਂ ਇਹ ਚੀਜ਼ਾਂ, ਜਦੋਂ ਮੈਂ NGO ਦੀ ਗੱਲ ਕਰਦੀ, ਮੈਂ ਸ਼ੁਰੂ ਤੋਂ ਇਹਨੂੰ ਬੜਾ ਪਰਫੈਕਟ ਰੱਖਿਆ। ਸੋ NGO ਤੋਂ ਤੁਸੀਂ ਕਹਿੰਦੇ ਮੈਂ ਕਾਰੋਬਾਰ ਬਣਾਇਆ, ਮੈਂ ਤੁਹਾਨੂੰ ਦੱਸਦੀ ਕਿ ਮੈਂ ਕਾਰੋਬਾਰ ਤੋਂ NGO ਕਿੱਦਾਂ ਬਣਾਈ। 2016 ਦੇ ਵਿੱਚ ਮੇਰੀ NGO ਰਜਿਸਟਰ ਹੋਈ ਆ 8 ਸਤੰਬਰ ਨੂੰ 2016 ਦੇ ਵਿੱਚ, ਰਾਈਟ। 2011 ਚ ਮੈਂ ਆਪਣੀ ਸਿੰਬਾ ਕਾਰਡ ਸ਼ੁਰੂ ਕੀਤੀ, ਉਹਦਾ ਮੈਂ ਡੋਮੇਨ ਸ਼ੁਰੂ ਕੀਤਾ, ਹੌਲੀ ਹੌਲੀ ਉੱਤੇ ਮੈਂ ਕੰਮ ਕਰਨਾ ਸ਼ੁਰੂ ਕੀਤਾ। ਉਹਦੇ ਨਾਲ ਹੀ ਮੈਂ ਆਪਣੀ ਸਿੰਬਾ ਕਾਰਡ ਦੋਨੋਂ ਆਪਣੀ ਕੰਪਨੀਜ਼ ਤੇ, ਮੈਨੂੰ 10 ਸਾਲ ਹੋ ਗਏ ਆਪਣੇ ਵੈਂਚਰਸ ਤੇ ਕੰਮ ਕਰਦੇ। ਮੈਂ ਆਪਣਾ US ਚ ਆਪਣੇ ਹਸਬੈਂਡ ਨਾਲ ਇਹਨੂੰ ਮਿਲ ਕੇ ਜਾਂ ਇੱਥੇ ਜ਼ਿਆਦਾ ਦੇਰ ਇੰਡੀਆ ਦੇ ਵਿੱਚ ਰਹਿ ਕੇ ਆਪਣੇ ਕਾਰੋਬਾਰ ਨੂੰ ਆਪਣੀ ਮਿਹਨਤ ਨਾਲ ਦਿਨ ਰਾਤ ਲਾ ਕੇ ਸਿੰਜਿਆ, ਉਹਨੂੰ ਮੈਂ ਬਣਾਇਆ। ਇੰਨੇ EMPLOYEES ਨੂੰ ਮੈਂ ਜੌਬ ਦਿੱਤੀ ਆ। ਸੋ ਮੈਂ ਇਹ ਚੀਜ਼ਾਂ ਤੁਹਾਡੀਆਂ ਸਹਿ ਨਹੀਂ ਸਕਦੀ ਜੋ ਤੁਸੀਂ ਕਹਿ ਰਹੇ ਹੋ, ਨਾ ਹੀ ਤੁਹਾਡੀਆਂ ਮੰਨੀਆਂ ਹੀ ਜਾਣੀਆਂ। ਸੋ 2011 ਚ ਮੈਂ ਸਿੰਬਾ ਕਾਰਡ ਬਣਾਈ, 2016 ਦੇ ਵਿੱਚ ਮੈਂ NGO ਬਣਾਈ, ਤੇ 2016 ਚ ਜਦੋਂ ਮੈਂ ਸਿਰਫ NGO ਰਜਿਸਟਰ ਕਰਾਈ ਸਤੰਬਰ ਚ, ਉਸੇ ਸਾਲ ਚ ਮੇਰੀ ਕੰਪਨੀ ਨੂੰ ਅਪਕਮਿੰਗ ਸਟਾਰਟਅਪ ਆਫ ਦਾ ਈਅਰ ਅਵਾਰਡ ਮਿਲਿਆ ASSOCHAM ਤੋਂ, ਰਾਈਟ। ਹਜੇ NGO ਬਣੀ ਨਹੀਂ, ਹਜੇ NGO ਬਸ ਰਜਿਸਟਰ ਹੀ ਹੋਈ ਹੈ, ਕੁਝ ਕੰਮ ਨਹੀਂ ਹੋਇਆ ਕਿ ਮੈਨੂੰ ਆਪਣੇ ਬਿਜ਼ਨਸ ਲਈ ਆਲਰੇਡੀ ਅਵਾਰਡ ਮਿਲ ਚੁੱਕਾ। ਸੋ ਤੁਸੀਂ YouTube ਚੈੱਕ ਕਰੋ, ਜਿਹੜੇ ਮੈਨੂੰ ਸੁਣ ਰਹੇ ਨੇ ਅੱਜ YouTube ਚੈੱਕ ਕਰਨ, ਸਿੰਬਾ ਕਾਰਡ SIMBA ਸਿੰਬਾ ਕਾਰਡ ਤੁਸੀਂ ਚੈੱਕ ਕਰੋ। 2015 ਦੀਆਂ ਤੁਸੀਂ ਵੀਡੀਓਜ਼ ਦੇਖੋ, ਉਹਦੇ ਵਿੱਚ ਵੀ ਸ਼ੂ ਗਿਵਿੰਗ ਕੈਂਪੇਨਸ ਹੋਏ ਨੇ ਜਿਹੜੇ ਮੈਂ ਖੁਦ ਕੀਤੇ ਨੇ, ਆਪਣੀ ਕੰਪਨੀ ਦੇ ਅੰਡਰ ਕੀਤੇ ਨੇ, ਆਪਣੇ ਕੋਲੋਂ ਕੀਤੇ ਨੇ। ਸੋ NGO ਖੋਲਣ ਤੋਂ ਪਹਿਲਾਂ ਵੀ ਮੈਂ ਸ਼ੂ ਗਿਵਿੰਗ ਕੈਂਪੇਨ ਕਰਦੀ ਸੀ, ਜਿਹੜੇ ਕਿ ਮੈਂ ਆਪਣੀ ਕੰਪਨੀ ਤੋਂ ਕਰਦੀ ਸੀ। ਕਰੋ ਤੁਸੀਂ ਚੈੱਕ YouTube ਤੇ ਸਿੰਬਾ ਕਾਰਡ ਦਾ ਮੇਰਾ YouTube ਚੈਨਲ। 2016 ਚ NGO ਸਟਾਰਟ ਕਰਨ ਤੋਂ ਬਾਅਦ ਸਤੰਬਰ ਚ ਜਦੋਂ ਮੈਂ NGO ਸਟਾਰਟ ਕੀਤੀ, ਉਸ ਤੋਂ ਬਾਅਦ ਵੀ 6 ਮਹੀਨੇ ਮੈਂ ਖੁਦ ਕੈਂਪੇਨ ਕੀਤੇ ਆਪਣੇ ਖੁਦ ਦੇ ਪੈਸਿਆਂ ਤੋਂ। ਪਹਿਲੇ 17 ਕੈਂਪੇਨ ਮੈਂ ਖੁਦ ਕੀਤੇ ਆਪਣੇ ਪੈਸਿਆਂ ਤੋਂ। ਦੈਨ ਹੌਲੀ ਹੌਲੀ ਡੋਨਰ ਉਹਦੇ ਵਿੱਚ ਜੁੜਦੇ ਗਏ, ਲੋਕੀ ਮੇਰੇ ਕੈਂਪੇਨਸ ਤੋਂ ਪ੍ਰਭਾਵਿਤ ਹੁੰਦੇ ਗਏ, ਉਹਨਾਂ ਨੂੰ ਵੀ ਲੱਗਾ ਕਿ ਅਸੀਂ ਮਨਦੀਪ ਨਾਲ ਸਾਥ ਦਈਏ। ਐਂਡ ਆਈ ਸਟਾਰਟਡ ਇਨ ਦਾ ਫਾਰਮ ਆਫ NGO। ਹੁਣ ਤੱਕ ਅਸੀਂ 382 ਕੈਂਪੇਨਸ ਜਿਹੜੇ ਆ ਉਹ ਅਸੀਂ ਸ਼ੂ ਗਿਵਿੰਗ ਦੇ ਕੈਂਪੇਨਸ ਕੀਤੇ, ਜਿਹਦੇ ਵਿੱਚ ਔਨ ਰਿਕਾਰਡ 382 ਕੈਂਪੇਨਸ ਦੇ ਵਿੱਚੋਂ 72 ਕੈਂਪੇਨਸ 72 ਕੈਂਪੇਨ ਮੈਂ ਖੁਦ ਕੀਤੇ ਆਪਣੇ ਪੈਸਿਆਂ ਤੋਂ।
हर मेरी लाइव वीडियो च ਜਿਹੜੇ ਲੋਕ ਮੈਨੂੰ ਫੋਲੋ ਕਰਦੇ ਨੇ, ਹਰ ਲਾਈਵ ਵੀਡੀਓ ਚ ਤੁਸੀਂ ਚੈੱਕ ਕਰੋ, ਮੈਂ ਹਮੇਸ਼ਾ ਦੱਸਦੀ ਹਾਂ ਕਿ ਕਿੰਨੀ ਗਿਣਤੀ ਹੋਗੀ। ਮੈਂ ਬਹੁਤ ਸਲੋਲੀ ਕੰਮ ਕੀਤਾ ਹੈ। ਮੈਂ 50,000 ਸ਼ੂਜ਼ ਦੇਣ ਦਾ ਮਿਸ਼ਨ ਮਿਥਿਆ, ਪਹਿਲਾਂ ਮੈਂ 10,000 ਦਾ ਮਿਥਿਆ, 2 ਸਾਲਾਂ ਚ ਮੈਨੂੰ ਕੰਪਲੀਟ ਕੀਤਾ, ਫਿਰ ਮੈਂ ਉਸੇ ਮਿਸ਼ਨ ਨੂੰ 50,000 ਚ ਕਨਵਰਟ ਕਰ ਲਿਆ। ਮੈਂ 50,000 ਸ਼ੂਜ਼ ਦਾ ਮਿਸ਼ਨ ਲਿੱਤਾ, ਜਿਹਦੇ ਵਿੱਚ ਮੈਂ ਆਪਣੀ ਹਰ ਇੱਕ ਲਾਈਵ ਵੀਡੀਓ ਦੇ ਵਿੱਚ ਮੈਂ ਬੋਲ ਕੇ ਦੱਸਿਆ ਕਿ ਅੱਜ ਇਸ ਸਕੂਲ 'ਚ ਮੇਰੇ ਕਿੰਨੇ ਸ਼ੂਜ਼ ਹੋ ਗਏ ਨੇ। ਉਹਦੇ ਤੋਂ ਹੀ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਹੁਣ ਤੱਕ ਮੈਂ 18,000 ਦੇ ਕਰੀਬ ਸ਼ੂਜ਼ ਜਿਹੜੇ ਆ ਉਹ ਅਸੀਂ ਦੇ ਚੁੱਕੇ ਆ 382 ਲੋਕੇਸ਼ਨਸ ਤੇ। ਠੀਕ ਆ, ਹਰ ਸਕੂਲ ਦੀ ਮੇਰੇ ਕੋਲ ਕੰਸੈਂਟ ਲੈਟਰ ਆ। ਹਰ ਸਕੂਲ ਦੇ ਪ੍ਰਿੰਸੀਪਲ ਨੇ, ਅੱਜ ਮੈਨੂੰ ਟੀਚਰ ਸੁਣ ਰਹੇ ਹੋਣਗੇ ਜਿਹੜੇ ਤਕਰੀਬਨ 400 ਸਕੂਲਾਂ 'ਚ ਮੈਂ ਹੁਣ ਗਈ ਹੋਵਾਂਗੀ, ਮੈਂ ਪੂਰੇ ਕੌਨਫੀਡੈਂਸ ਨਾਲ ਤੁਹਾਡੇ ਸਾਹਮਣੇ ਬੈਠੀ ਹੂੰ। ਹਰ ਸਕੂਲ ਦਾ ਟੀਚਰ ਮੈਨੂੰ ਅੱਜ ਸੁਣੇ ਕਿ ਦੇਖੋ ਕਿ मैं हर स्कूल के टीचर को कंसेंट लैटर साइन कराया, ਉਹਦੇ ਤੇ ਸਟੈਂਪ ਲਵਾਈ ਬਕਾਇਦਾ ਕਿ ਤੁਹਾਡੇ ਸਕੂਲ 'ਚ ਅਸੀਂ ਸ਼ੂਜ਼ ਦੇ ਕੇ ਗਏ ਔਨ ਰਿਕਾਰਡ। ਕੋਈ ਇੰਨਾ ਰਿਕਾਰਡ ਮੇਨਟੇਨ ਕਰਦਾ ਹੈ? ਮੇਰੇ ਹਰ ਕੈਂਪੇਨ ਦੀ ਤੁਸੀਂ ਫਾਈਲ ਦੇਖ ਸਕਦੇ ਹੋ। 50,000 ਦੀ ਤੁਸੀਂ ਗੱਲ ਕਰ ਲਓ, ਸਵਾਲ ਉੱਠਦਾ ਹੈ ਮਨਦੀਪ ਹਮੇਸ਼ਾ 50,000 ਸ਼ੂਜ਼ ਪਹਿਲਾਂ ਖਰੀਦਦੀ ਆ, ਰਾਈਟ? 50,000 ਸ਼ੂਜ਼ ਦਾ ਤੇ ਮੇਰਾ ਮਿਸ਼ਨ ਹੈ, ਤੁਸੀਂ ਤੇ ਮੇਰੇ ਤੇ ਰਿਸਰਚ ਵੀ ਨਹੀਂ ਪ੍ਰੋਪਰ ਕਰਦੇ। अब मेरा 30 नवंबर 2018 लंडे के पिंड तो जी मैं लाइव वीडियो बनाई सी, जो मैं अपना 50,000 का शुरू किया मिशन 10,000 तो बाद, ਉਹਦੇ ਵਿੱਚ मैं क्लीयरली दसिया कि मैं सॉकर इंटरनेशनल तो वैक्टर एक्स शू ਜਿਹੜੇ ਆ ਉਹ मैं खरीदांगी। ठीक है, शू की कॉस्ट जी 325 होएगी, प्लस सॉक्स ला के वो सानू 350 का पै जाएगा, उस तो ज़्यादा भी पै सकता है। उस तो बाद मैं क्लीयरली दसिया ਤੁਸੀਂ ਕੋਈ ਵੀ ਸ਼ੂਜ਼ ਸਾਨੂੰ ਭੇਜ ਸਕਦੇ ਹੋ। ਬਹੁਤ ਸਾਰੇ ਡੋਨਰਸ ਨੇ ਜਿਹੜੇ ਮਰਜ਼ੀ ਸ਼ੂਜ਼ ਭੇਜ ਦਿੰਦੇ, ਅਸੀਂ ਉਹੀ ਸ਼ੂਜ਼ ਦੇ ਦਿੰਦੇ। ਬਹੁਤ ਸਾਰੇ ਡੋਨਰਸ ਹੁੰਦੇ ਜਿਹੜੇ ਆਨਲਾਈਨ ਭੇਜ ਦਿੰਦੇ। ਮੈਂ ਹਮੇਸ਼ਾ ਦੱਸਿਆ ਤੁਸੀਂ ਏਸ਼ੀਅਨ, ਬਾਟਾ, ਲਿਬਰਟੀ ਜਿਹੜੇ ਵੀ ਤੁਹਾਨੂੰ ਗੋਲਾ ਵੇਰੀਐਂਟ ਮਿਲਦਾ ਤੁਸੀਂ ਉਹ ਸ਼ੂਜ਼ ਦੇ ਸਕਦੇ ਹੋ। ਨਹੀਂ ਤੇ ਅਸੀਂ ਆਪਣੇ ਵੱਲੋਂ ਵੈਕਟਰ ਐਕਸ ਦਾ ਸ਼ੂ ਫਾਈਨਲ ਕੀਤਾ ਹੈ, ਜਿਹੜਾ ਆਨਲਾਈਨ 600 ਤੋਂ 700 ਰੁਪਏ ਦੇ ਵਿੱਚ ਆ। ਵੈਕਟਰ ਐਕਸ ਤੁਸੀਂ ਇਹਨੂੰ ਆਨਲਾਈਨ ਸਰਚ ਕਰੋ Amazon ਤੇ, ਤੁਸੀਂ ਦੇਖੋ ਕਿ ਇਹਦਾ ਕੀ ਪ੍ਰਾਈਸ ਆ ਰਿਹਾ। ਠੀਕ ਆ, ਲੋਕ ਤੇ ਕਹਿੰਦੇ ਸ਼ੂ 100 ਦਾ ਵੀ ਆ ਜਾਂਦਾ ਹੈ, 130 ਦਾ ਵੀ ਆਂਦਾ, 150 ਦਾ ਵੀ ਆ ਜਾਂਦਾ ਹੈ, ਰਾਈਟ? ਬਟ ਕੀ ਤੁਸੀਂ ਆਪਣੇ ਬੱਚੇ ਨੂੰ 100 ਵਾਲਾ ਸ਼ੂ ਲਿਆ ਕੇ ਦੋਗੇ? ਆਪਣੇ ਬੱਚੇ ਨੂੰ 150 ਵਾਲਾ ਸ਼ੂਜ਼ ਲਿਆ ਕੇ ਦੋਗੇ? ਕਿਉਂਕਿ ਉਹ ਨਾਰਮਲ ਕਰਾਂਦੇ ਨੇ ਤੇ ਤੁਸੀਂ ਸੋਚਦੇ ਜੇ ਇਹਨਾਂ ਨੂੰ ਤੇ 130 ਵਾਲਾ ਵੀ ਲੱਗ ਜਾਣਾ। ਆਪਣੇ ਬੱਚਿਆਂ ਵਰੀ ਤੇ ਤੁਸੀਂ ਭਾਵੇਂ 500 ਦਾ ਸ਼ੂਜ਼ ਲੈ ਦੋ। ਸੋ ਮੈਂ ਉਸੇ ਸੋਚ ਨਾਲ मैं हमेशा कोशिश की कि जो भी डोनर स्पॉन्सर कर रहा, मैं हमेशा बेस्ट शू ही प्रोवाइड करा ताकि बच्चे ਨੂੰ एक अच्छा पेयर ऑफ शू मिल जाए, ਉਹਦਾ शू टुटे ना। लॉजिस्टिक्स की गल कर लो, साडे कैंपेन सारे पंजाब च हो रहे ने, साडे कैंपेन हिमाचल च भी होए ने, राइट? मैं कदी किसी डोनर ਨੂੰ इंसिस्ट नहीं किया कि वो सानू आउण जाण दा कोई पे करे या लॉजिस्टिक्स सानू पे करे, राइट? कई बारी क्या भी होएगा जो उन्होंने करता नहीं किता, या majority 95% ऑफ कैंपेन का जो लॉजिस्टिक्स आ वी ऑलवेज मैनेज आवर ओन सेल्फ। हमेशा मेरे कैंपेन च 2 ਗੱਡੀਆਂ ਲੱਗਦੀਆਂ ਸੀ, ਇੱਕ ਅਸੀਂ ਪੋਲੋ ਤੇ ਬੈਠ ਕੇ ਜਾਂਦੇ ਸੀ ਬਿਕੋਜ਼ ਸਟਾਕ ਜ਼ਿਆਦਾ ਹੁੰਦਾ ਸੀ, ਉਹਦੇ ਬਾਕਸਿਸ ਹੁੰਦੇ ਸੀ ਤੇ ਸਾਨੂੰ ਬਾਕੀ ਸਟਾਕ ਓਮਨੀ ਚ ਲੈ ਕੇ ਜਾਣਾ ਪੈਂਦਾ ਸੀ। 2 ਗੱਡੀਆਂ ਜਾਂਦੀਆਂ ਸੀ। ਇਸੇ ਸੋਚ ਨਾਲ ਹੀ ਅਸੀਂ ਇਸ ਜ਼ੂ ਗੱਡੀ ਲਈ ਵੀ ਕ੍ਰਾਸ ਕਿ ਸਾਨੂੰ ਕੈਂਪੇਨ, ਮੈਂ ਉਹਨੂੰ ਕੀ ਕਰਨਾ ਪਿਕਅਪ ਟਰੱਕ ਨੂੰ? ਤੁਹਾਨੂੰ ਕੀ ਲੱਗਦਾ ਕਿ ਮੈਂ ਇੱਥੇ ਪਹਾੜਾਂ ਤੇ ਘੁੰਮਦੀ ਫਿਰਦੀ ਆ, ਰਾਈਟ? ਸੋ ਵਾਈ ਆਈ ਬੌਟ ਅ ਪਿਕਅਪ ਟਰੱਕ, ਤਾਂ ਕਿ ਅਸੀਂ ਉਹਦੇ ਵਿੱਚ ਹੀ ਸਮਾਨ ਰੱਖ ਲਈਏ ਤੇ ਉਹਦੇ ਵਿੱਚ ਹੀ ਅਸੀਂ ਖੁਦ ਬੈਠ ਜਾਈਏ। ਬਹੁਤ ਸਾਰੇ ਡੋਨਰਸ ਨੇ, आई हैव हाई रिगार्ड फॉर ऑल माई डोनर्स कि जिन्हों ने अज मैनू इन्ना कॉन्फिडेंस दिता है तो मैं इत्थे तक हाँ एंड मेरे मिशन नू बच्चों दी स्माइल्स नू इन्ना बरकरार रखा है। आई रियली रिस्पैक्ट एवरीबडी, राइट? सो तुसी बहुत सारे डोनर्स ने साडे इत्थे, सुरजीत सिंह साडे डोनर्स ने, होर बड़े डोनर्स ने, मतलब किन्ने ही डोनर्स ने जिहड़े खुद शूज दिंदे ने, जिन्हों ने अपने पिंडां 'च रिपीटेड कैंपेन कराया तो खुद शूज दिते ने। ऐसे किन्ने इनविटेशन ने मेरे कोल, किन्नियां एग्जाम्पल्स ने जिथे पिंड ने आपे शूज खरीदे, मैं सिर्फ गई हाँ उत्थे, मैनू सिर्फ उन्होंने वैसे ही बुलाया कि मनदीप असी शूज करांगे, असी खरीदांगे, तुसी बस आओ। सो ये नहीं कि हर एक नू शूज मैं ही लैके दे रही हूँ, बहुत सारे डोनर्स ने जिहड़े खुद शूज आपे बाय करते हैं एंड डोनर्स कीप ऑन सेंडिंग शूज, असी अपने स्टॉक च ऐड करते रहते हैं। लाइव वीडियो च मैं कई बारी क्या है, हर बारी क्या है कि तुसी शूज डायरैक्ट भेजो एंड बहुत सारे लोग जिहड़े भेज दिंदे। कई इदां दे सवाल कर दिंदे कि बूट ही क्यों, उन्हां नूं दसना चाहनी 18 अक्तूबर 2017 दी मेरी वीडियो बुटारी स्टेशन दी, 4 फरवरी बल्लड़वाल दी, 20 सितंबर 2019 जानिया चाहल दी ते होर अनंत वीडियोस जिहड़ियां यूट्यूब ते पईयां ने।
ਤੁਸੀਂ ਵੇਖੋ ਕਿ ਉਹਨਾਂ ਸਕੂਲਾਂ 'ਚ ਬੱਚੇ ਨੰਗੇ ਪੈਰੀ ਹੈਗੇ ਕਿ ਨਹੀਂ, ਸਲਮ ਏਰੀਆ 'ਚ ਬੱਚਿਆਂ ਦੇ ਕੀ ਹਾਲ ਨੇ, ਰਾਈਟ। ਸੋ ਇੰਨਾ ਹੀ ਕਾਫੀ ਆ ਮੈਨੂੰ ਇਹ ਦੱਸਣ ਲਈ ਕਿ ਬੂਟ ਹੀ ਕਿਉਂ, ਪੂਰੀ ਭਰ ਸਰਦੀ ਦੇ ਵਿੱਚ ਸਕੂਲ ਦੇ ਵਿੱਚ ਬੱਚੇ ਨੰਗੇ ਪੈਰੀ ਹੈਗੇ ਸੀ ਕਿ ਨਹੀਂ, ਰਾਈਟ। ਤੁਸੀਂ ਆਨਲਾਈਨ ਵੇਖ ਸਕਦੇ ਹੋ, ਸਿੱਧਾ ਕਲੀਅਰ। ਸੋ ਬਹੁਤ ਵਾਰ ਹੁੰਦਾ ਹੈ ਕਿ ਸਕੂਲਸ ਖੁਦ ਕਾਲ ਕਰਦੇ ਨੇ ਕਿ ਸਾਡੇ ਤੁਸੀਂ ਆਓ। ਬਹੁਤ ਸਾਰੇ ਸਕੂਲਸ ਤਕਰੀਬਨ ਜੇ ਮੈਂ ਲਾਵਾਂ ਤੇ ਮੈਜੋਰਿਟੀ ਸਕੂਲਸ ਮੈਂ ਉਹੀ ਕਵਰ ਕੀਤੇ ਨੇ ਜਿਹੜੇ ਮੈਨੂੰ ਆਪ ਕਾਲਸ ਆਈਆਂ ਨੇ, ਟੀਚਰਸ ਨੂੰ ਵੀ ਪਤਾ ਹੋਏਗਾ ਜਾਂ ਮੈਨੂੰ ਉਸ ਪਿੰਡ ਦੇ ਸਰਪੰਚ ਨੇ ਬੁਲਾਇਆ ਹੋਏਗਾ। ਮੈਂ ਤਾਂ ਨਹੀਂ ਹਰ ਜਗ੍ਹਾ ਜਾਂਦੀ ਕਿ ਜਾ ਕੇ ਮੈਂ ਸ਼ੂਜ਼ ਜਿਹੜੇ ਉਹ ਮੈਂ ਦਵਾਂ। ਆਬਵੀਅਸਲੀ ਮੈਨੂੰ ਕੋਈ ਡਿਮਾਂਡ ਕਰੇਗਾ ਤੇ ਮੈਂ ਉੱਥੇ ਜਾਵਾਂਗੀ। ਸੋ ਹੁਣ ਮੈਂ ਆਨੀ ਅੰਤ ਦੇ ਵਿੱਚ, ਠੀਕ ਹੈ। ਜਿਹੜੇ ਮੈਨੂੰ ਕਹਿ ਰਹੇ ਕਿ ਤੁਸੀਂ ਸੁਣ ਲਓ, ਹੁਣ ਤੁਸੀਂ ਵੀ ਸੁਣ ਲਓ, ਰਾਈਟ। ਸੋ ਕਈ ਵਾਰੀ ਹੋ ਜਾਂਦੀਆਂ ਗਲਤ ਫਹਿਮੀਆਂ। ਤੁਸੀਂ ਗਲਤ ਫਹਿਮੀ ਦੇ ਵਿੱਚ ਮੇਰੀ ਚੰਗੀ, ਬਹੁਤ ਵਧੀਆ ਸੋਸ਼ਲ ਮੀਡੀਆ ਤੇ ਬਹੁਤ ਹੀ ਤੁਸੀਂ ਵਧੀਆ ਸਾਨੂੰ ਖਿਤਾਬ ਦਿੱਤਾ ਹੈ, ਉਹਦੇ ਲਈ ਥੈਂਕ ਯੂ। ਕਿ ਕਿੱਦਾਂ ਤੁਸੀਂ ਇੱਕ ਮਿਹਨਤੀ ਬੱਚੇ ਦਾ, ਇੱਕ ਜ਼ਮੀਨ ਤੋਂ ਉੱਠੇ ਦਾ, ਇੱਕ ਉਸ ਤਰ੍ਹਾਂ ਦੇ ਬੱਚੇ ਦਾ ਕਿ ਜਿਹਦੇ ਫਾਦਰ ਨੇ ਇੰਨਾ ਜ਼ਿਆਦਾ ਕਿਰਤ ਕਰਕੇ ਆਪਣੇ ਬੱਚਿਆਂ ਨੂੰ ਬਣਾਇਆ ਹੈ, ਉਹਦਾ ਤੁਸੀਂ ਕੀ ਬਣਾਤਾ। ਮਤਲਬ ਆਈ ਐਮ ਸੋ ਸ਼ੌਕਡ ਕਿ ਤੁਸੀਂ ਸਾਡੀ ਸਿੰਪਲਿਸਿਟੀ ਨੂੰ, ਸਾਡੇ ਪਿੰਡਾਂ 'ਚ ਰਹਿਣ ਨੂੰ ਜਾਂ ਸਾਡੇ ਆਪਣੀ ਚੱਕੀ ਨੂੰ ਸੰਭਾਲਣ ਨੂੰ ਤੁਸੀਂ ਸਮਝਦੇ ਹੋ ਕਿ ਅਸੀਂ ਇਦਾਂ ਹੀ ਕਮਜ਼ੋਰ ਹੀ ਆ, ਅਸੀਂ ਮਿਹਨਤ ਨਹੀਂ ਕਰਦੇ, ਜਾਂ ਅਸੀਂ ਮੇਰੀ ਫੈਮਿਲੀ ਅਮਰੀਕਾ ਰਹਿੰਦੀ ਕਿ ਸਾਰੇ ਪੈਸੇ ਉੱਥੇ ਹੀ ਕਮਾਏ ਜਾ ਸਕਦੇ ਨੇ। ਪੰਜਾਬ 'ਚ ਕੁਝ ਨਹੀਂ ਹੋ ਸਕਦਾ, ਪੰਜਾਬ 'ਚ ਸਭ ਕੁਝ ਹੋ ਸਕਦਾ ਹੈ, ਇੱਥੇ ਹਰ ਚੀਜ਼ ਹੋ ਸਕਦੀ, ਅਸੀਂ ਆਪਣੀ ਰੋਟੀ ਖਾ ਸਕਦੇ ਹਾਂ ਖੁਦ। ਬਾਰ-ਬਾਰ ਤੁਸੀਂ ਕਹਿੰਦੇ ਹੋ ਕਿ ਸਾਡੀ ਚੱਕੀ ਆ, ਇਹ ਤੇ ਚੱਕੀ ਵਾਲਿਆਂ ਦੀ ਕੁੜੀ ਆ, ਇਹਦੇ ਪਿਓ ਦਾ ਤੇ ਰੂਹ ਪਿੰਜਾ ਹੈ, ਇਦਾਂ ਤੁਸੀਂ ਬੋਲਦੇ ਹੋ। ਇਹ ਰਿਸਪੈਕਟ ਮੈਂ ਆਪਣੇ ਫਾਦਰ ਨੂੰ ਇਸ ਵਕਤ ਦੇਣਾ ਚਾਹੁੰਦੀ, ਇਸ ਕਰਕੇ ਮੈਂ ਇੰਨੀ ਮਿਹਨਤ ਕਰ ਰਹੀ। ਉਸੇ ਚੱਕੀ ਤੋਂ ਉਹਨਾਂ ਨੇ ਮੈਨੂੰ ICSE ਬੋਰਡ ਕਨਵੈਂਟ ਸਕੂਲ ਵਿੱਚ ਮੈਨੂੰ ਪੜਾਇਆ। ਮੈਂ ਸੇਂਟ ਫ੍ਰਾਂਸਿਸ ਕਨਵੈਂਟ ਸਕੂਲ ਜੰਡਿਆਲਾ ਗੁਰੂ ਚ ਪੜ੍ਹੀ। ਮੈਂ ਉਦੋਂ ਕੋਈ NGO ਨਹੀਂ ਸੀ ਜਦੋਂ ਮੇਰੇ ਪਾਪਾ ਨੇ ਮੈਨੂੰ ਪੜਾਇਆ। ਆਪਣੀ ਮਿਹਨਤ ਨਾਲ, ਆਪਣੀ ਮਿਹਨਤ ਦੇ ਇੱਕ ਰੁਪਏ ਨਾਲ ਉਹਨਾਂ ਨੇ ਮੇਰੀ MBA ਦੀ ਫੀਸ ਤਾਰੀ ਆ। ਆਪਣੀ ਮਿਹਨਤ ਨਾਲ ਉਹਨਾਂ ਨੇ ਪੜਾਇਆ। ਅੱਜ ਇੰਨਾ ਕਾਰੋਬਾਰ ਇੰਨਾ ਵਧੀਆ ਹੈ ਮੇਰਾ, ਮੇਰੇ ਹਸਬੈਂਡ ਇੰਨੇ ਵਧੀਆ ਸੈਟਲਡ ਨੇ, ਮੇਰਾ ਬ੍ਰਦਰ ਇੰਨਾ ਇੰਟੈਲੀਜੈਂਟ ਹੈ, ਰਾਈਟ। ਸਾਨੂੰ ਅੱਜ ਚੱਕੀ ਦੀ ਕੋਈ ਜ਼ਰੂਰਤ ਨਹੀਂ। ਮੈਂ ਆਪਣੇ ਪਾਪਾ ਨੂੰ ਕਹਿ ਸਕਦੀ ਕਿ ਤੁਸੀਂ ਇਹ ਨਾ ਕਰੋ, ਮੇਰੇ ਪਾਪਾ ਈਜ਼ੀਲੀ ਛੱਡ ਸਕਦੇ, ਪਰ ਸਾਡਾ ਮੋਹ ਆ, ਅਸੀਂ ਉਸ ਚੀਜ਼ ਤੋਂ ਬਣੇ ਆ, ਅਸੀਂ ਉਹਨੂੰ ਅੱਜ ਵੀ ਸੰਭਾਲ ਕੇ ਰੱਖਿਆ। ਸਾਡੇ ਲਈ ਉਹ ਇੱਕ ਰਿਸਪੈਕਟਫੁਲ ਚੀਜ਼ ਹੈ। ਤਾਂ ਅਸੀਂ, ਮੇਰੇ ਪਾਪਾ ਦਾ ਜੀ ਨਹੀਂ ਕਰਦਾ ਕਿ ਜਿਹੜੀ ਚੀਜ਼ ਨਾਲ ਸਾਡਾ ਮੋਹ ਆ, ਜਿੱਥੋਂ ਅਸੀਂ ਸ਼ੁਰੂਆਤ ਕੀਤੀ, ਜੋ ਸਾਡੀਆਂ ਜੜ੍ਹਾਂ ਸੀ ਉਹਨਾਂ ਨੂੰ ਛੱਡ ਦਈਏ। ਸੋ ਫਿਰ ਵੀ ਤੁਸੀਂ ਚੱਕੀ ਕਰਦੇ ਹੋ, ਚੱਕੀ ਕਹਿੰਦੇ ਤਾਂ ਆਮ ਟੋਟਲੀ ਓਕੇ, ਮੈਨੂੰ ਕੋਈ ਦਿੱਕਤ ਨਹੀਂ ਹੈਗੀ। ਮੇਰੀ ਚੱਕੀ ਜਿਹੜੀ ਆ ਉਹ ਮੇਰੇ TEDx ਵਰਗੇ ਪਲੇਟਫਾਰਮ ਤੇ ਜਾਣ ਲੱਗਿਆ, IITs 'ਚ ਜਾਣ ਲੱਗਿਆ, IIMs 'ਚ ਜਾਣ ਲੱਗਿਆ, ਮੇਰੇ ਰਸਤੇ 'ਚ ਨਹੀਂ ਆਉਂਦੀ। ਉਹ ਮੇਰਾ ਸਾਥ ਬਣਦੀ ਹੈ, ਮੇਰੀ ਸ਼ਾਨ ਵਧਾਉਂਦੀ ਹੈ। ਉਹ ਜਿੰਨੀ ਡੋਨੇਸ਼ਨ ਅੱਜ ਤੱਕ NGO ਦੇ ਵਿੱਚ ਆਈ, ਮੇਰੀ ਰਜਿਸਟਰਡ NGO ਆ, ਆਡਿਟੇਬਲ NGO ਆ, ਰਾਈਟ। ਜਿੰਨੀ ਡੋਨੇਸ਼ਨ ਅੱਜ ਤੱਕ ਮੇਰੀ NGO 'ਚ ਆਈ ਆ, ਓਨੀ ਮੇਰੀ 1 ਸਾਲ ਦੀ ਟਰਨਓਵਰ ਵੀ ਨਹੀਂ ਆ, ਉਹ ਤੋਂ ਵੀ ਬਹੁਤ ਥੱਲੇ ਆ। ਮੈਨੂੰ ਤਾਂ 4 ਸਾਲ ਹੋ ਗਏ NGO 'ਚ ਕੰਮ ਕਰਦੇ, 1 ਸਾਲ ਦੀ ਮੇਰੀ ਟਰਨਓਵਰ ਨਾਲ ਵੀ ਉਹਦੀ ਜਿਹੜੀ ਡੋਨੇਸ਼ਨ ਹੈ ਉਹ ਮੈਚ ਨਹੀਂ ਕਰਦੀ। ਸੋ ਮੈਂ ਆਪਣੇ ਮੇਰਾ ਜਿਹੜਾ ਇਹ ਮੇਰਾ ਕੋਈ ਚੈਲੰਜ ਨਹੀਂ ਹੈ ਤੁਹਾਨੂੰ, ਪਰ ਮੈਂ ਤੁਹਾਡੀ ਜਿਹੜੀ ਅੱਧੀ ਅਧੂਰੀ ਇਨਫੋਰਮੇਸ਼ਨ ਆ, ਜਿਹੜੇ ਤੁਹਾਨੂੰ ਇਨਫੋਰਮੇਸ਼ਨ ਪਹੁੰਚਾ ਰਿਹਾ, ਉਹ ਮੈਂ ਤੁਹਾਡੇ ਸ਼ੰਕੇ ਦੂਰ ਕਰਨਾ ਚਾਹਨੀ, ਰਾਈਟ। ਮੈਂ ਵੀ ਤੁਹਾਨੂੰ ਇੱਕ ਫੈਮਿਲੀ ਮੈਂਬਰ ਵਾਂਗੂ, ਇੱਕ ਤੁਹਾਡੀ ਸਿਸਟਰ ਵਾਂਗੂ, ਤੁਹਾਡੀ ਇੱਕ ਭੈਣ ਵਾਂਗੂ ਤੁਹਾਨੂੰ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਨੀ ਕਿ ਇਸ ਤਰ੍ਹਾਂ ਦਾ ਮਾਹੌਲ ਪੰਜਾਬ 'ਚ ਤੁਸੀਂ ਨਾ ਬਣਾਓ। ਪੰਜਾਬ 'ਚ ਬਹੁਤ ਵਧੀਆ ਵਧੀਆ, ਬਹੁਤ ਮਿਹਨਤੀ ਬੱਚੇ ਨੇ, ਬਹੁਤ ਮਿਹਨਤੀ ਧੀਆਂ ਨੇ, ਉਹ ਥੱਲਿਓਂ ਫਰਸ਼ੋਂ ਉੱਠ ਕੇ ਅਰਸ਼ ਤੱਕ ਜਾ ਸਕਦੀਆਂ ਨੇ। ਉਹਨਾਂ 'ਚ ਅੰਦਰ ਇਮਾਨਦਾਰੀ, ਸੰਸਕਾਰ ਜਿਹੜੇ ਕੁੱਟ-ਕੁੱਟ ਕੇ ਭਰੇ ਨੇ ਪੂਰੇ ਚੰਗੀ ਤਰ੍ਹਾਂ। ਸੋ ਇਹ ਸਵਾਲ ਉੱਠੇ ਨੇ ਕਿ ਅਲਫਾ ਸਿਟੀ ਦੇ ਵਿੱਚ ਮੇਰਾ ਫਲੈਟ ਆ। ਸੋ ਮੈਂ ਇਹ ਕਹਿਣਾ ਚਾਹਨੀ, ਤੁਸੀਂ ਵੀ ਤੇ ਵੀਡੀਓ ਸੁਣੀਆਂ ਹੋਣਗੀਆਂ ਨਾ, ਸੋ ਇਵਨ ਮੀਡੀਆ ਨੇ ਵੀ ਸੁਣੀਆਂ ਹੋਣਗੀਆਂ, ਤੁਸੀਂ ਸਾਰਿਆਂ ਨੇ ਸੁਣੀਆਂ ਹੋਣਗੀਆਂ। ਸੋ ਅਲਫਾ ਸਿਟੀ 'ਚ ਮੇਰਾ ਫਲੈਟ ਆ। ਜੇ ਕੋਈ ਵੀ, ਮੈਂ ਨਹੀਂ ਕਹਿੰਦੀ ਕਿ ਜਿੰਨੇ ਕਿਹਾ ਹੋ, ਜੇ ਕੋਈ ਵੀ ਇਸ ਚੀਜ਼ ਨੂੰ ਪ੍ਰੂਵ ਕਰ ਦੇ ਜਾਂ ਮੇਰੇ ਫੈਮਿਲੀ ਮੈਂਬਰ ਦਾ ਵੀ ਹੋਵੇ ਤੇ ਉਹ ਫਲੈਟ ਤੁਹਾਡਾ ਜੇ, ਉਹ ਫਲੈਟ ਤੁਸੀਂ ਮੇਰੇ ਕੋਲੋਂ ਆਪਣੇ ਨਾਮ ਲਿਖਵਾ ਲਓ। 1 ਕਿੱਲਾ ਮੇਰੇ ਘਰ ਦੇ ਪਿੱਛੇ ਜਗ੍ਹਾ ਮੈਂ ਲਈ ਆ 75 ਲੱਖ ਦੀ, ਇਹ ਵੀ ਤੁਸੀਂ ਸਵਾਲ ਉਠਾਇਆ। ਜੇ ਉਹ ਜਗ੍ਹਾ ਵੀ ਮੇਰੀ ਆ ਤੇ ਉਹ ਵੀ ਤੁਸੀਂ ਆਪਣੇ ਨਾਮ ਲਿਖਵਾ ਲਓ, ਜੇ ਉਹ ਵੀ ਮੈਂ ਲਈ ਆ ਤੇ। ਸੋ ਮੈਂ ਤੇ ਓਪਨ ਕਹਿ ਰਹੀ, ਓਪਨ, ਸਾਰਾ ਮੀਡੀਆ ਵੀ ਮੇਰੇ ਹਰ ਪੁਆਇੰਟ ਨੋਟ ਕਰ ਸਕਦਾ ਹੈ। ਦਿਸ ਇਜ਼ ਐਨ ਓਪਨ ਚੈਲੰਜ ਕਿ ਜੇ ਮੇਰਾ ਫਲੈਟ ਅਲਫਾ ਸਿਟੀ 'ਚ ਜਾਂ ਮੇਰੇ ਕੋ 1 ਕਿੱਲਾ ਜਗ੍ਹਾ ਵਾ, ਜਾਂ ਮੇਰੇ ਕਿਸੇ ਵੀ ਫੈਮਿਲੀ ਮੈਂਬਰ ਕੋ
इन-लॉज चो, मेरे अपने फैमिली मैंबर चो किसी के नाम ते भी जगह वा ते तुसीं वो अपने नाम करा लो, ठीक है। डिजायर ते इनोवा दी तुसीं हजे लिस्ट कड्ढनी आ, ओहदा डाटा कड्ढना है, उत्ते मेहनतां चल रही ने, सो वो भी तुहाडियां, जे तुसीं वो भी कढ लियां ते वो भी तुहाडियां। सो कोई भी बंदा ओपन चैलेंज आ, कोई ये साबित कर दे कि मनदीप ने खुद दे लखां रुपए NGO च नहीं दिते, स्माइल्स केयर च उन्हें खुद दा लखां दा कॉन्ट्रीब्यूशन अपना नहीं पाया, पर्सनल अपने कारोबार चों, ते तुसी लोकां ते 7-7 लाख दा इनाम रखन दे जे मेरे को लो 7 लाख रुपया, मैं तुहानू 7 लाख रुपया दिन्नी आ जे तुसी ये साबित कर दो कि मैं अपने कोलों लखां रुपए NGO च नहीं दिते। आज मीडिया नू मेरा खुला सद्दा है, मैं संडे वाले दिन भी अपने इत्थे बैठी हाँ, आने वाले दिनों च भी मैं अपने ऑफिस च, मेरा घर भी नाल आ, मैं हमेशा इत्थे ही हुंदी हाँ। जिन्ने पॉइंट्स मैं इस वीडियो च बोले ने ओदा कोई भी बैक एंड प्रूफ तुसीं देखना है, तुसीं मेरे ऑफिस च आके बैठो, मैं दी पूरा चंगी तरह मैनू तैयारी करन दी भी लोड़ नहीं, ऑलरेडी आई नो कि व्हाट आई एम, राइट। मैं ते बोलना भी नहीं चाहती सी, मैं इन्ना ज्यादा अवॉइड कर रही सी कि लोड़ ही नहीं हैगी, बट स्टिल तुसीं ਜਿਹੜੀਆਂ हद्दां ही पार कर दिंदे जे, एक औरत दा मनोबल सुट्टन दी पूरी कोशिश करदे जे। तुहानू पता है कि लोग की मैसेज भेजदे ने, लोग की लिखदे ने, लेडीज की मेल लिखदियां ने कि साडियां धीआं तुहाडे वर्गियां होण। सो मैं उन्हां दियां धीआं इदां दियां नहीं चाहुंदी कि घरां च वड़ के बह जाण एक गंदी शब्दावली पढ़ के, राइट। सो कोई भी मीडिया नू मेरा खुला चैलेंज है, खुला सद्दा है मीडिया नू, आई रिस्पैक्ट मीडिया सो मच। कोई भी चैनल है, यूट्यूब चैनल आ, कोई भी तुसी न्यूज़पेपर हो, कुछ भी हो, एनी प्रूफ जो भी मैं अज इस वीडियो च बोलिया तुहानू चाहिदा है, यू आर मोस्ट वेलकम, तुसी हमेशा चेक कर सकते हो। सो लोकां तो इन्फॉर्मेशन लै तुसी इत्थे बोल रहे हो, जेडे भी मेरे बोल रहे ने, है ना, मेरे वास्ते, या मैं उन्हां नू ये भी कहना चाहुंदी आ कि तुसी मेरे को ही सीधा हिसाब ले लो, मैनू सीधी कॉल कर लो। दूजा, अपना एक पक्का बंदा ही मेरे को बिठा दो, मैं उन्होंने भी तनख्वाह दे दांगी, वो सारा दिन नोट करी जावे कि मैं की खा रही हाँ, की पा रही हाँ, गड्डी केड़ी आ गई, केड़ी चल गई, की लिया की नहीं लिया, राइट। सो उन्होंने मेरे अकाउंट्स डिपार्टमेंट बिठा दो, देयर इज नो प्रॉब्लम। चैनल्स नू, ठीक है, मेरी बेनती है एक फैमिली मैंबर वांगू कि बिना मेरे तो तुसी पुख्ता प्रूफ तो बिना, राइट, या बिना मेरे तो तुसी गल कीते जदों मेरी गल करदे हो ते तुसी जेड़ा प्लीज बिना मेरे तो कन्फर्म कीते तुसी ना करो। दिस इज हर्टिंग मी सो मच, ये बहुत मैनू हर्ट कर रहा, ते मेरे नाल जेडे लोग जुड़े ने उन्हां नू जेड़ा बहुत हर्ट कर रहे। फिर तुसी शूज़ की गल करदे हो, ऑनलाइन तुसी रेट चेक कर लो वैक्टर एक्स दा, राइट। जे तुसी मैनू यही कंपनी दे या सिमिलर इदां दे ही शूज़ घट प्राइस ते लै दोगे तो मैं निजी तौर पर तुहाडे को खरीदना शुरू कर दांगी, राइट। सो जिन्होंने ये लगता है कि NGO चो कमाई हो रही, मैं अपनी NGO की गल कर रही, जे तुहानू लगता कि मेरी NGO चो कमाई हो रही तो तुसी मेरी NGO के प्रेजिडेंट बन जाओ, आई डोंट माइंड एट ऑल, ठीक है। मैं वैसे भी फ्यूचर च जेड़ा वा मैं निजी सारा काम करना चाहनी। सो तुसी चला लो NGO, तुसी लै लो NGO, तुहानू पता लग जाएगा, ते पिछले भी उहदे खाते चेक कर लियो, नाले लोकां नू दसो कि मनदीप ने किद्दां कारोबार दे विचों NGO बनाई आ, ना कि NGO दे विचों कारोबार बनाया। तुहाडे बोलण नाल बन जाएगा NGO ही नहीं। सो एक मैं पॉइंट कहना चाहती कि कोई भी डोनर, मैं अज दे दिन लिए बिल्कुल तैयार, शुरू तो ही मैं अपने अकाउंट्स नू, अपनी चीज़ां नू मोतियां वांग पिरो के रखिया है। तुसी कोई भी ऐसा डोनर मेरे को लिया दो जिन्हों मैं रिसिप्ट ना भेजी होवे, जिन्हों अपने वालों ईमेल ना की होवे, जिन्हों ये ना पुछया होवे कि ये आपां इहदा करना की है, राइट। सो मैनूं नहीं लगता कि कोई इदां दा डोनर है कि जिहड़ा जिन्हों मेरे वालों कन्फर्मेशन ना गई होवे, राइट, या मेरे वालों दस्या ना गया होवे कि हाँ जी आपां की करना है। हालांकि डोनर खुद कई बारी कहंदा कि जो तुहानूं लगदा तुसीं ओह कर लो, बट स्टिल वी ऑलवेज ट्राई कि इहनूं आपां किते ना किते इहदे फंड्स एलोकेट करिए। ते मोस्टली दे डोनेट फॉर शो गिविंग कैंपेन, देयर आर नो जनरल फंडिंग, कोई रेयर या कोई बहुत ही खास कोई होवे जिन्होंने लगे कि हाँ दे डोनेट जनरली, अदरवाइज ऑल जनरल फंड्स, ऑल एक्सपेंसिज ऑफ द NGO दे आर टोटली असी उन्होंने खुद बेयर करके इस NGO नूं खड़े किया। सो डोनर्स ने बहुत साथ दिता है, दे हैव हेल्प्ड सो मच इन शूज़, बट NGO च होर बड़ा कुछ हुंदा है विच जो सानू हैंडल करना पिया,
ਸੋ ਐਨਜੀਓ ਹੀ ਨਹੀਂ, ਲਾਸਟ ਤੇ ਮੇਰਾ ਲਾਸਟ ਪੁਆਇੰਟ ਹੈ ਜੀ, ਐਨਜੀਓ ਹੀ ਨਹੀਂ, ਮੈਂ ਆਪਣਾ ਕਾਰੋਬਾਰ ਵੀ ਬਹੁਤ ਇਮਾਨਦਾਰੀ ਨਾਲ ਕਰਦੀ ਹਾਂ। ਬਹੁਤ ਸਾਰੇ ਇਦਾਂ ਦੇ ਮੇਰੇ ਆਰਡਰਸ ਹੁੰਦੇ ਨੇ ਜਾਂ ਮੇਰੀਆਂ ਸਰਵਿਸਿਜ਼ ਹੁੰਦੀਆਂ ਜਿਹੜੀਆਂ ਮੈਂ ਨਹੀਂ ਲੈਂਦੀ, ਬਿਕੋਜ਼ ਮੋਸਟ ਆਫ ਆਈ ਆਲਵੇਜ਼ ਪ੍ਰੈਫਰ ਕਿ ਮੇਰਾ ਆਨਲਾਈਨ ਟ੍ਰਾਂਜੈਕਸ਼ਨਸ ਹੋਣ। ਸੋ ਐਨਜੀਓ ਹੀ ਨਹੀਂ, ਮੈਂ ਆਪਣੇ ਬਿਜ਼ਨਸ 'ਚ ਵੀ ਬਹੁਤ ਕੌਨਫੀਡੈਂਟ ਹਾਂ, ਮੈਨੂੰ ਸਾਰੇ ਡਿਪਾਰਟਮੈਂਟ ਵੀ ਸੁਣ ਰਹੇ ਹੋਣਗੇ। ਐਂਡ ਦੈਨ ਰੀਸੈਂਟਲੀ ਜਿਹੜਾ ਲਾਸਟ ਈਅਰ ਗਿਆ ਹੈ, I paid 20 lakh ਟੈਕਸ। ਮੈਂ ਇੱਕ ਟੈਕਸ ਪੇਅਰ ਹਾਂ, ਜਿੰਨੇ ਦੇ ਤੁਸੀਂ ਮੈਨੂੰ ਗੱਲਾਂ ਕਰਨ ਦੇ ਜੇ ਉਹਨਾਂ ਤੇ ਮੈਂ ਟੈਕਸ ਪੇ ਕੀਤਾ। ਐਂਡ ਦੈਨ ਇੰਨਾ ਮਤਲਬ ਹਾਊ ਵਿਲ ਯੂ ਡੂ, ਤੁਹਾਡਾ ਮੈਥਸ ਕਿੱਥੇ ਗਿਆ ਹੈ? 18,000 ਸ਼ੂਜ਼ ਨੇ, ਰਾਈਟ? ਤੇ ਤੁਸੀਂ ਕਿਹੜੇ ਮੇਰੇ ਬਿਜ਼ਨਸ ਨਾਲ ਉਹਨੂੰ ਕੰਪੇਅਰ ਕਰ ਰਹੇ ਜੇ? ਕਿਹੜੇ ਸਕੇਲ ਦੇ ਨਾਲ ਤੁਸੀਂ ਉਹਨੂੰ ਕੰਪੇਅਰ ਕਰ ਰਹੇ ਜੇ? ਐਂਡ ਮੇਰੀ ਐਨਜੀਓ ਦਾ, ਮੇਰੀ ਕੰਪਨੀ ਦੇ ਪ੍ਰੋਪਰ ਆਡਿਟਸ ਹੁੰਦੇ ਨੇ। ਜੇ ਚੈਲੰਜ ਕਰਨਾ ਹੈ ਤੇ ਕੋਈ ਸਹੀ ਜਗ੍ਹਾ ਤੇ ਜਾ ਕੇ ਤੁਸੀਂ ਚੈਲੰਜ ਕਰੋ, ਕੋਈ ਲੀਗਲ ਵੇ ਦੇ ਨਾਲ ਤੁਸੀਂ ਚੈਲੰਜ ਕਰੋ। ਸੋ ਐਂਡ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਨੀ ਕਿ ਜਿੰਨਾ ਮਰਜ਼ੀ ਤੁਸੀਂ ਬੋਲ ਲਓ, ਬਟ ਜਿਹੜਾ ਖਰਾ ਕੰਮ ਹੈ, ਜਿਹੜਾ ਕਲੀਨ ਆ, ਕਲੀਅਰ ਆ, ਇਮਾਨਦਾਰ ਆ, ਰਾਈਟ ਆ, ਉਹਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ ਇੰਨੀ ਦੂਰੋਂ ਬੋਲ ਕੇ। ਐਂਡ ਯੂ ਆਰ ਮੋਸਟ ਵੈਲਕਮ। ਜਿਹੜੇ ਬੋਲਦੇ ਨੇ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਬ੍ਰਦਰਸ, ਸਿਸਟਰਸ, ਫਰੈਂਡਸ ਸਾਰੇ ਇੱਥੇ ਹੋਣਗੇ, ਉਹਨਾਂ ਨੂੰ ਸਿੱਧਾ ਮੇਰੇ ਆਫਿਸ ਭੇਜੋ। ਚਲੋ ਆਪਾਂ ਡਿਸਕਸ਼ਨ ਕਰੀਏ, ਚਲੋ ਆਪਾਂ ਦੇਖੀਏ ਕਿ ਆਪਾਂ ਕਿੱਦਾਂ ਇਹਨੂੰ ਸੌਰਟ ਆਊਟ ਕਰਨਾ। ਸੋ ਮੈਂ ਆਪਣੇ ਸਾਰੇ ਹੀ ਲੋਕ ਜਿਹੜੇ ਮੇਰੇ ਨਾਲ ਜੁੜੇ ਨੇ, ਉਹਨਾਂ ਸਾਰਿਆਂ ਨੂੰ ਮੈਂ ਦੱਸਣਾ ਚਾਹਨੀ ਕਿ ਤੁਸੀਂ ਬਿਲਕੁਲ ਨਿਸ਼ਚਿੰਤ ਰਹੋ। ਪਹਿਲਾਂ ਵੀ ਇਦਾਂ ਇੱਕ ਅੱਧੀ ਵਾਰੀ ਹੋਇਆ, ਰਾਈਟ? ਜਦੋਂ ਸਾਡਾ ਫੋਟੋਗ੍ਰਾਫੀ ਵਾਲਾ ਕੇਸ ਸੀ। ਸੋ ਇਟਸ ਲਾਈਕ ਕਿ ਤੁਹਾਨੂੰ ਹਮੇਸ਼ਾ ਇਹੀ ਮਿਲੇਗਾ ਕਿ ਮਨਦੀਪ ਨੇ ਲੱਖਾਂ ਰੁਪਏ ਐਨਜੀਓ 'ਚ ਦਿੱਤੇ ਨੇ। ਇਟ ਵਿਲ ਨੈਵਰ ਬੀ ਕਿ ਐਨਜੀਓ ਜਿਹੜੀ ਆ ਉਹ ਮੈਨੂੰ ਕੋਈ ਹੈਲਪ ਕਰ ਰਹੀ ਹੈ। ਐਨਜੀਓ ਮੇਰੀ ਕੋਈ ਹੈਲਪ ਨਹੀਂ ਕਰ ਸਕਦੀ, ਬਿਕਾਜ਼ ਮੇਰਾ ਬਿਜ਼ਨਸ ਇੱਕ ਡਿਫਰੈਂਟ ਸਕੇਲ ਤੇ ਆ। ਉਹ ਮੇਰੀ ਸਾਦਗੀ ਆ ਕਿ ਮੈਂ ਤੁਹਾਨੂੰ ਕਦੀ ਇੰਨਾ ਖੋਲ ਕੇ ਦੱਸਿਆ ਨਹੀਂ, ਨਾ ਮੈਨੂੰ ਕਦੀ ਲੋੜ ਪਈ ਆ। ਆਈ ਹੈਵ ਅ ਗ੍ਰੇਟ ਟੀਮ ਆਫ 50 ਪੀਪਲ ਹੇਅਰ ਐਂਡ ਆਈ ਐਮ ਵਰਕਿੰਗ ਇਨ ਮਾਈ ਬਿਜ਼ਨਸ ਫਰੋਮ ਲਾਸਟ 10 years। ਅਸੀਂ ਆਪਣੇ ਹਰ ਚੀਜ਼ ਨੂੰ ਬਹੁਤ ਪਰਫੈਕਟਲੀ, ਬੜੇ ਵਧੀਆ ਤਰੀਕੇ ਨਾਲ ਕਰ ਰਹੇ ਹਾਂ। ਐਂਡ ਪਲੀਜ਼ ਤੁਸੀਂ ਵੂਮਨ ਦੀ ਰਿਸਪੈਕਟ ਕਰਿਆ ਕਰੋ। ਅਸੀਂ ਸੋਸ਼ਲ ਮੀਡੀਆ ਦੀ ਆੜ ਦੇ ਵਿੱਚ ਆਪਣੀਆਂ ਧੀਆਂ ਦਾ ਕੁਰਬ ਨਹੀਂ ਰੋਲਣਾ, ਰਾਈਟ? ਸੋ ਕਿਤੇ ਵੀ ਕਿਸੇ ਨੂੰ ਸ਼ੰਕਾ ਹੋਵੇ, ਮੀਡੀਆ ਨੂੰ, ਕਿਸੇ ਨੂੰ ਵੀ, you are most welcome at my office to check any document you want to check related to today's video. So thank you so much, Mandeep Kaur.